ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਅਸੀਂ ਹਫਤਾਵਾਰੀ ਪ੍ਰੋਗਰਾਮ ਧਰਮ ਤੇ ਸਮਾਜ ਲੈ ਕੇ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਇਸ ਪ੍ਰੋਗਰਾਮ ਦੇ ਮੁੱਖ ਜਿਹੜੇ ਸੰਚਾਲਕ ਨੇ, ਸਾਡੇ ਐਕਸਪਰਟ ਨੇ, ਡਾਕਟਰ ਗੁਰਨਾਮ ਕੌਰ ਸਿੱਖ ਸਕਾਲਰ, ਉਹ ਹਾਜ਼ਰ ਨੇ। ਅਸੀਂ ਪਿਛਲੇ ਹਫਤੇ ਗੱਲਬਾਤ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਉੱਤੇ ਕਿ ਇਹਦੀ ਜ਼ਰੂਰਤ ਕਿਉਂ ਪਈ, ਗੁਰੂ ਸਾਹਿਬ ਨੂੰ ਕਿਉਂ ਲੱਗਿਆ ਕਿ ਇੱਕ ਐਸਾ ਧਰਮ ਗ੍ਰੰਥ ਹੋਵੇ ਜਿਹੜਾ ਰਹਿੰਦੀ ਦੁਨੀਆ ਤੱਕ ਸਿੱਖਾਂ ਨੂੰ ਪ੍ਰੇਰਨਾ ਦਿੰਦਾ ਰਹੇ। ਔਰ ਜਿਹੜਾ ਧਰਮ ਗ੍ਰੰਥ ਹੈ, ਇਹਦਾ ਜਿਹੜੀ ਫਿਲਾਸਫੀ ਹੈ ਉਹਦੇ ਉੱਤੇ ਡਾਕਟਰ ਸਾਹਿਬ ਦੀ ਵਿਦਵਤਾ ਹੈ ਸਾਰੀ, ਔਰ ਸਿੱਖ ਧਰਮ ਦੀ ਫਿਲਾਸਫੀ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਅਸੀਂ ਇਹਨਾਂ ਨਾਲ ਕਰਦੇ ਰਹਿੰਦੇ ਹਾਂ ਹਮੇਸ਼ਾ। ਸੋ ਪਿਛਲੇ ਹਫ਼ਤੇ ਗੱਲਬਾਤ ਦੀ ਲੜੀ ਜਿਹੜੀ ਸੀ ਚੱਲ ਰਹੀ ਸੀ, ਬਹੁਤ ਵੱਡਾ ਵਿਸ਼ਾ, ਇਹਨੂੰ ਭਾਵੇਂ ਕਿੰਨੀਆਂ ਮਰਜ਼ੀ ਕਿਸ਼ਤਾਂ 'ਚ ਸਮੇਟ ਲਈਏ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਇਸ ਵਿਸ਼ੇ ਨੂੰ ਆਪਾਂ ਖਤਮ ਕਰੀਏ। ਬਹੁਤ ਸਾਰੇ ਹੋਰ ਵਿਸ਼ੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਜੀਵਨ ਜਾਂਚ ਹੈ, ਉਹਨਾਂ ਤੇ ਅਸੀਂ ਵਾਰੀ-ਵਾਰੀ ਗੱਲ ਕਰਨੀ ਆ। ਸੋ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਕੀ ਆ ਔਰ ਇਹਦੀ ਸੰਪਾਦਨਾ ਪਿੱਛੇ ਕੀ ਕਾਰਨ ਸੀਗੇ, ਇਹਦੇ ਤੇ ਅਸੀਂ ਗੱਲ ਕਰ ਰਹੇ ਸੀਗੇ। ਡਾਕਟਰ ਸਾਹਿਬ, ਪਿਛਲੇ ਹਫ਼ਤੇ ਤੁਹਾਡਾ ਸਵਾਗਤ ਕਰੀਏ ਜੀ। ਪਹਿਲਾਂ ਬਹੁਤ ਬਹੁਤ ਸਵਾਗਤ ਹੈ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਜਿਹੜੇ ਸਾਡੇ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਪ੍ਰਚਾਰਕ, ਹਾਂਜੀ ਹੁਣ ਸਮਾਂ ਬਦਲਿਆ, ਵੈਸੇ ਬਹੁਤ ਤੇਜ਼ੀ ਨਾਲ ਵਿਕਾਸ ਵੀ ਹੋਇਆ, ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਹੁੰਦੇ। ਆਮ ਤੌਰ ਤੇ ਪਿੰਡਾਂ 'ਚ ਵੀ ਜਿਹੜੇ ਗ੍ਰੰਥੀ ਵਗੈਰਾ ਸੀਗੇ ਉਹ ਉਹੀ ਵਿਅਕਤੀ ਬਣਦਾ ਸੀ ਜਿਹਦੇ ਕੋਲ ਕੋਈ ਕੰਮ ਨਹੀਂ ਸੀ ਹੁੰਦਾ ਤੇ ਉਹ ਬਸ ਪਾਠ ਕਰਨਾ ਸਿੱਖ ਲੈਂਦਾ ਸੀ। ਬਿਲਕੁਲ ਜੀ, ਮੈਂ ਕਈ ਵਾਰੀ ਮਤਲਬ ਲਾਈਟ ਮੂਡ ਦੇ ਵਿੱਚ ਇਹ ਗੱਲ ਕਰਦੇ ਰਹੇ ਹਾਂ ਵੀ ਜਿਵੇਂ ਆਪਾਂ, ਮੇਰਾ ਖਿਆਲ ਹੈ ਪਹਿਲਾਂ ਵੀ ਕਦੇ ਇਹ ਗੱਲ ਕੀਤੀ ਕਿ ਕ੍ਰਿਸਚੈਨਿਟੀ ਦੇ ਵਿੱਚ ਕੋਈ ਛੋਟੇ ਤੋਂ ਛੋਟੇ ਚਰਚ ਦਾ ਫਾਦਰ ਵੀ ਉਹਨਾਂ ਨੇ ਅਪਾਇੰਟ ਕਰਨਾ ਹੋਵੇ ਤਾਂ ਉਹਦੀ ਡਿਗਨਿਟੀ ਦੇ ਵਿੱਚ PhD ਹੁੰਦੀ ਹੈ ਮੋਸਟਲੀ, ਹੈ ਨਾ। ਡਿਗਨਿਟੀ ਦਾ ਪੂਰੀ ਤਰ੍ਹਾਂ ਉਹਨੇ ਸਟੱਡੀ ਕੀਤੀ ਹੁੰਦੀ ਹੈ ਵੀ ਸਾਡੇ ਜਿਹਨੇ ਸੰਥਿਆ ਲੈ ਲਈ, ਆਪਣਾ ਗੁਰਮੁਖੀ ਅੱਖਰਾਂ ਦੀ ਪਛਾਣ ਹੋ ਗਈ, ਪਾਠ ਕਰਨਾ ਆ ਗਿਆ, ਉਹ ਸਾਡੇ ਗ੍ਰੰਥੀ ਸਿੰਘ ਲੱਗ ਜਾਂਦਾ। ਉਹਨੂੰ ਚਾਹੀਦਾ ਤਾਂ ਇਹ ਹੈ ਕਿ ਪੂਰੀ ਤਰ੍ਹਾਂ ਐਕਸਪਰਟਾਈਜ਼ ਚਾਹੀਦੀ ਹੈ, ਖਾਸ ਕਰਕੇ ਜਿਹੜਾ ਹੁਣ ਦਾ ਸਮਾਂ ਹੈਗਾ ਨਾ, ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿੱਖ ਕਮਿਊਨਿਟੀ ਹੈ ਜਿਹੜੀ, ਉਹ ਹੁਣ ਇੱਕ ਇਕੱਲੀ ਪੰਜਾਬ ਨਾਲ ਜਾਂ ਇਕੱਲੇ ਹਿੰਦੁਸਤਾਨ ਦੇ ਨਾਲ ਕਨਫਾਈਨਡ ਨਹੀਂ ਹੈ। ਦੁਨੀਆ ਦੇ ਕੈਨੇਡਾ, ਅਮਰੀਕਾ, ਯੂਰਪ ਦੇ ਕੰਟਰੀਜ਼ ਤੇ ਆਪਣਾ ਆਸਟ੍ਰੇਲੀਆ ਵਗੈਰਾ, ਨਿਊਜ਼ੀਲੈਂਡ, ਹਰ ਇੱਕ ਥਾਂ ਦੇ ਉੱਤੇ ਸਿੱਖ ਬੈਠੇ ਨੇ। ਤੇ ਉਹ ਕੁਦਰਤੀ ਹੈ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ, ਉਹ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਰਹਿੰਦੇ ਆ ਅਸੀਂ ਲੋਕ ਜੁੜੇ ਹੋਏ ਸੀ, ਉਹ ਉਸ ਢੰਗ ਦੇ ਨਾਲ ਨਹੀਂ ਜੁੜੀਆਂ ਹੋਈਆਂ ਹੈਗੀਆਂ। ਤੇ ਉਹ ਮੋਸਟਲੀ ਉਹਨਾਂ ਕੀ ਗਿਆਨ ਉਹਨੂੰ ਜਿੰਨਾ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਿਲਦਾ। ਤੇ ਸਾਡੀ ਸਮੱਸਿਆ ਇਹ ਹੈਗੀ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਨਾਲ ਰਿਲੀਜਨ ਦੇ ਵਿੱਚ ਜਾਂ ਧਰਮ ਦੀ ਜਿਹੜੀ ਹੈਗੀ ਆ ਥਿਆਲੋਜੀ ਹੈ, ਉਹਦੇ ਵਿੱਚ ਟ੍ਰੇਨਡ ਲੋਕ ਨਹੀਂ ਹੁੰਦੇ ਹੈਗੇ। ਸਿੱਧਾ ਸਾਦਾ ਗਿਆਨ ਜਿਹੜਾ ਹੁੰਦਾ, ਇਸ ਕਰਕੇ ਮੈਂ ਇਹੀ ਗੱਲ ਕਰਨੀ ਚਾਹੁੰਦਾ ਕਿ ਸਿੱਖ ਧਰਮ ਜਿਸ ਤਰ੍ਹਾਂ ਮਤਲਬ ਬੜੀ ਵਿਗਿਆਨਕ ਸੋਚ ਔਰ ਤਰਕਪੂਰ ਔਰ ਸੰਵਾਦ ਹੈ ਉਹਦੇ ਵਿੱਚ ਜਗ੍ਹਾ ਜਗ੍ਹਾ, ਬਿਲਕੁਲ। ਤੇ ਜਿਹੜੇ ਸਾਡੇ ਕਿਉਂਕਿ ਬਹੁਤ ਜ਼ਿਆਦਾ ਸਮਝਦਾਰ ਜਾਂ ਬਹੁਤੇ ਪੜ੍ਹੇ ਲਿਖੇ ਜਿਵੇਂ ਆਪਾਂ ਕਹਿ ਰਹੇ ਹਾਂ ਨਹੀਂ ਹੁੰਦੇ ਪ੍ਰਚਾਰਕ ਸਾਡੇ, ਤੇ ਉਹ ਚੀਜ਼ਾਂ ਸਹੀ ਰੂਪ ਸਾਡੇ ਤੱਕ ਨਹੀਂ ਪਹੁੰਚਦੀਆਂ। ਉਹਦੇ ਵਿੱਚ ਇਦਾਂ ਦਾ ਰੌਲਾ ਹੋ ਜਾਂਦਾ ਹੈ ਜਿਸ ਤਰ੍ਹਾਂ ਕੁਝ ਕਹਾਣੀਆਂ ਘੜ ਕੇ ਜੋੜ ਦਿੱਤੀਆਂ ਸਾਖੀਆਂ ਆਪਣੇ ਕੋਲੋਂ ਵੀ ਲਾ ਲੈਂਦੇ ਨੇ। ਬਾਕੀ ਜਿਹੜੇ ਸੈਕੰਡਰੀ ਸੋਰਸਸ ਨੇ ਨਾ ਸਿੱਖ ਧਰਮ ਦੇ, ਆਪਾਂ ਉਹਨੂੰ ਸੂਰਜ ਪ੍ਰਕਾਸ਼ ਕਹਿ ਲਈਏ, ਆਪਾਂ ਅੱਗੇ ਵੀ ਗੱਲ ਕਰਦੇ ਸੀ ਕਿ ਹੁਣ ਮੋਸਟਲੀ ਗੁਰਦੁਆਰਿਆਂ ਦੇ ਵਿੱਚ ਸੂਰਜ ਪ੍ਰਕਾਸ਼ ਦੀ ਕਥਾ ਕੀਤੀ ਜਾਂਦੀ ਹੈ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸੂਰਜ ਪ੍ਰਕਾਸ਼ ਦੀ ਕਥਾ ਦਾ ਕੀ ਮਤਲਬ ਹੋਇਆ, ਕਿਉਂਕਿ ਉਹਦਾ ਵੀ ਜੇ ਤੁਸੀਂ ਆਪਾਂ ਇਤਿਹਾਸਕ ਤੌਰ ਤੇ ਵੀ ਦੇਖੀਏ ਬਹੁਤ ਕੁਛ ਉਹਦੇ ਵਿੱਚ ਇਸ ਕਿਸਮ ਦਾ, ਇਹਦੇ ਤੇ ਕਿੰਤੂ ਪਰੰਤੂ ਵੀ ਹੁੰਦਾ। ਹੁਣ ਜਦੋਂ ਅਕਾਲ ਤਖਤ ਵੱਲੋਂ ਜਾਂ ਹੋਰ ਥਾਂ ਤੋਂ ਕਹਿ ਦਿੱਤਾ ਜਾਂਦਾ ਵੀ ਨਹੀਂ ਜੋ ਚੀਜ਼ ਠੀਕ ਹੈ ਉਹਨੂੰ ਤੁਸੀਂ ਰੱਖ ਲਓ, ਬਾਕੀ ਛੱਡ ਦਿਓ, ਪਰ ਜਦੋਂ ਕਥਾ ਕਰਦੇ ਉਦੋਂ ਤਾਂ ਇੱਕ ਵਾਢਿਓ। ਇੱਥੇ ਕਦੀ ਨਾਨਕ ਸਾਹਿਬ ਗੁਰਦੁਆਰੇ ਜਾ ਕੇ ਦੇਖ ਲਓ, ਕਿਉਂਕਿ ਪਹਿਲੇ ਜਿਹੜੇ ਏਰੀਏ 'ਚ ਅਸੀਂ ਰਹਿੰਦੇ ਸੀ ਗੁਰੂ ਨਾਨਕ ਸਾਹਿਬ ਗੁਰਦੁਆਰਾ ਉੱਥੇ ਪੈਂਦਾ। ਗੁਰਦੁਆਰਾ ਸਾਹਿਬ ਤਾਂ ਕਹਿੰਦੇ ਨਹੀਂ, ਉਹ ਹੈ ਹੀ ਠਾਠ ਹੀ ਨੇ, ਉਹ ਸਾਰੇ ਪ੍ਰਾਈਵੇਟ ਜਿੰਨੇ ਹੈਗੇ ਨੇ ਮਤਲਬ ਨਾ ਡੇਰਿਆਂ ਦੇ, ਇਹ ਠਾਠ ਹੀ ਨੇ। ਕਿਉਂਕਿ ਜੇ ਉਹ ਗੁਰਦੁਆਰਾ ਡਿਕਲੇਅਰ ਕਰ ਦੇਣਗੇ ਫਿਰ ਤਾਂ ਉਹ SGPC ਦੇ ਅੰਡਰ ਆ ਜਾਊਗਾ, ਚਲੋ ਬਾਹਰ ਤਾਂ ਇਹ ਸਮੱਸਿਆ ਨਹੀਂ ਹੈਗੀ।
ਵੀ ਉੱਥੇ ਉਹ ਕਥਾ ਪਤਾ ਨਹੀਂ ਕਿਸ ਕਿਸਮ ਦੀ, ਰੰਗ ਬਰੰਗੀ ਦੀ, ਅਰਦਾਸਾਂ ਵੀ ਕਿਸ ਕਿਸਮ ਦੀਆਂ, ਇਹ ਸਾਰਾ ਕੁਝ ਇਸੇ ਕਰਕੇ ਹੈ ਕਿ ਇੱਕ ਉਹਦੇ ਵਿੱਚ ਨਹੀਂ ਹੈਗਾ। ਚਰਚ ਵੀ ਵੱਖਰੇ ਵੱਖਰੇ ਨੇ, ਮੰਦਿਰ ਵੀ ਵੱਖਰੇ ਵੱਖਰੇ ਨੇ, ਪਰ ਕਿਉਂਕਿ ਹੁਣ ਗੁਰਦੁਆਰਾ ਤੇ ਚਾਹੇ ਠਾਠ ਹੈ ਉਹ, ਚਾਹੇ ਹੈਗਾ ਗੁਰਦੁਆਰਾ ਸਾਹਿਬ ਹੈ, ਉੱਥੇ ਪ੍ਰਕਾਸ਼ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਤੇ ਬਾਣੀ ਦਾ ਕੀਰਤਨ ਵੀ ਉਹੀ ਹੋਣਾ। ਫਿਰ ਜਿਹੜੀ ਕਥਾ ਉਹ ਵੀ ਸ਼ਬਦ ਦੀ ਹੋਣੀ ਚਾਹੀਦੀ ਹੈ। ਹਾਂਜੀ, ਮੇਰਾ ਇਹ ਮੰਨਣਾ ਹੈਗਾ ਕਿ ਜੇ ਹੁਣ ਢਾਡੀ ਨੇ ਜਾਂ ਕਵੀਸ਼ਰ ਨੇ ਉਹ ਇਤਿਹਾਸ ਸੁਣਾਉਣ, ਪਰ ਜਿਹੜਾ ਕਥਾਕਾਰ ਹੈ, ਜਿਹਨੇ ਕਥਾ ਕਰਨੀ ਹੈ, ਉਹ ਗੁਰਬਾਣੀ ਦੇ ਵਿੱਚੋਂ ਸ਼ਬਦ ਲੈ ਕੇ ਕਥਾ ਕਰੇ, ਤਾਂ ਕਿ ਜਿਹੜੀ ਸੰਗਤ ਬੈਠੀ ਹੈ ਉਹਨੂੰ ਗੁਰਬਾਣੀ ਦੀ ਸਮਝ ਲੱਗੇ, ਉਹਨੂੰ ਸਿੱਖ ਥਾਟ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਨੇ ਆਈਡੀਓਲੋਜੀ ਦਿੱਤੀ ਹੋਈ ਹੈ, ਸਾਡਾ ਦਰਸ਼ਨ ਸ਼ਾਸਤਰ ਹੈ, ਉਹਦਾ ਕੁਛ ਥੋੜਾ ਬਹੁਤਾ ਗੱਲ ਤੇ ਡਾਕਟਰ ਫਿਰ ਉੱਥੇ ਅੱਗੇ ਖੜ ਗਈ ਨਾ, ਜਿਹੜੀ ਫਿਲਾਸਫੀ ਆ, ਜਿਹੜਾ ਦਰਸ਼ਨ ਸ਼ਾਸਤਰ ਹੈ, ਜੇ ਉਹਦੀ ਸਮਝ ਹੋਵੇ ਤੇ ਲੋਕ ਸਮਝਣਾ ਚਾਹੁੰਦੇ ਹੋਣ ਇਹ ਚੀਜ਼ਾਂ ਨਾ, ਨਹੀਂ ਲੋਕ ਸਮਝਣਗੇ ਜੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਕਥਾ ਕਰਦੇ ਆ ਨਾ ਜੀ, ਭਾਵੇਂ ਸੂਰਜ ਪ੍ਰਕਾਸ਼ ਗ੍ਰੰਥ ਹੋਵੇ ਜਾਂ ਕੋਈ ਹੋਰ ਗ੍ਰੰਥ ਹੋਵੇ, ਜਦੋਂ ਕੋਈ ਕਥਾ ਦਾ ਮਤਲਬ ਵੀ ਹੋ ਗਿਆ ਕਹਾਣੀ, ਤੇ ਕਹਾਣੀ ਦਾ ਰੂਪ ਜਿਹੜਾ ਨਾ ਉਹ ਬੜਾ ਸਰਲ ਵੀ ਹੁੰਦਾ ਤੇ ਰੌਚਕ ਵੀ ਹੁੰਦਾ ਹੈ, ਲੋਕਾਂ ਦੀ ਦਿਲਚਸਪੀ ਹੁੰਦੀ ਹੈ, ਉਹਦੇ ਵਿੱਚ ਇਧਰੋਂ ਉਧਰੋਂ ਜੋੜ ਵੀ ਲਾਉਂਦੇ ਤੁਸੀਂ, ਤੇ ਉਹਦੇ ਵਿੱਚ ਮਤਲਬ ਇਤਿਹਾਸ ਘੱਟ ਹੁੰਦਾ ਤੇ ਮਿਥਿਹਾਸ ਵਾਲੀਆਂ ਗੱਲਾਂ, ਜਿਹਦੇ ਵਿੱਚ ਜਾਦੂਗਰੀ ਵਾਲੀਆਂ ਸਟੋਰੀਆਂ ਗੁਰੂ ਸਾਹਿਬ ਨਾਲ ਜੋੜ ਕੇ ਉਹਨਾਂ ਨੂੰ ਆਪਣੀ ਵੱਲੋਂ ਕੋਸ਼ਿਸ਼ ਕਰਦੇ ਵੱਡੇ ਦੱਸਣ ਦੀ, ਪਰ ਹੁੰਦਾ ਬਿਲਕੁਲ ਉਲਟਾ ਉਹ ਗੁਰੂ ਸਿਧਾਂਤਾਂ ਦੇ ਖਿਲਾਫ ਹੈ ਉਹ, ਕਿਉਂਕਿ ਕਿਸੇ ਵੀ ਕਿਸਮ ਦੀ ਰਿੱਧੀ ਸਿੱਧੀ ਹੈ ਜਾਂ ਜਿਹੜੀਆਂ ਕਰਾਮਾਤਾਂ ਨੇ ਉਹਨੂੰ ਤਾਂ ਆਊਟਰਾਈਟਲੀ ਰਿਜੈਕਟ ਕੀਤਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਕਿਉਂਕਿ ਇਹ ਤਾਂ ਜਿਹੜੀਆਂ ਕਰਾਮਾਤਾਂ ਦਿਖਾਉਣੀਆਂ ਰੱਬ ਦਾ ਸ਼ਰੀਕ ਬਣਨ ਵਾਲੀ ਗੱਲ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਤਾਂ ਗੁਰੂ ਸਾਹਿਬਾਨ ਵੱਲੋਂ ਚਾਹੇ ਭਗਤਾਂ ਵੱਲੋਂ ਬਹੁਤ ਹੀ ਹਲੀਮੀ ਨਾਲ, ਪ੍ਰੇਮ ਪਿਆਰ ਦੇ ਨਾਲ ਆਪਣਾ ਮਤਲਬ ਉਹਨੂੰ ਸਰਵਉੱਚ ਹਸਤੀ ਮੰਨ ਕੇ ਤੇ ਉਹਦੇ ਅੱਗੇ ਸਮਰਪਣ ਕੀਤਾ ਹੋਇਆ। ਡਾਕਟਰ ਸਾਹਿਬ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਜੇ ਜਿੱਦਾਂ ਆਪਾਂ ਕਹਿੰਦੇ ਕਥਾ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਲੈ ਕੇ ਤੁਕਾਂ ਜਾਂ ਕੁਝ ਇੱਕ ਖਾਸ ਸ਼ਬਦ ਲੈ ਕੇ ਉਹਦੀ ਵਿਆਖਿਆ ਤੇ ਹੋ ਸਕਦੀ ਹੈ। ਹਾਂਜੀ, ਕਿਸੇ ਵੀ ਸ਼ਬਦ ਦੀ ਤੁਸੀਂ ਵਿਆਖਿਆ ਕਰ ਸਕਦੇ ਹੋ। ਦੇਖੋ, ਮੈਂ ਇਹ ਸੋਚਦੀ ਹਾਂ ਕਿ ਮਨੁੱਖ ਦਾ ਜਿਹੜਾ ਜੀਵਨ ਹੈ, ਜਨਮ ਤੋਂ ਲੈ ਕੇ ਮੌਤ ਤੱਕ, ਕੋਈ ਵੀ ਅਜਿਹਾ ਪੱਖ ਨਹੀਂ ਹੈ ਜਿਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਕੀਤਾ ਗਿਆ ਹੈ ਨਾ। ਮਨੁੱਖ ਜਨਮ ਲੈਂਦਾ, ਉਹਨੇ ਇਸ ਦੁਨੀਆ ਦੇ ਉੱਤੇ ਰਹਿਣਾ ਕਿਵੇਂ ਆ, ਵਿਚਰਨਾ ਕਿਵੇਂ ਆ, ਭਾਈਚਾਰਕ ਸਾਂਝ ਉਹਦੀ ਕਹੀ ਜਿਹੀ ਹੋਣੀ ਚਾਹੀਦੀ ਹੈ, ਦੂਸਰਿਆਂ ਪ੍ਰਤੀ ਉਹਦਾ ਕੀ ਰਵੱਈਆ ਹੋਣਾ ਚਾਹੀਦਾ, ਇੱਥੋਂ ਤੱਕ ਕਿ ਤੁਸੀਂ ਆਪਾਂ ਹੁਣ ਫਾਰ ਐਗਜ਼ਾਮਪਲ ਗੱਲ ਕਰੀਏ, ਹੁਣ ਬਾਬਰ ਬਾਣੀ ਦੇ ਨਾਂ ਨਾਲ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2-3 ਸ਼ਬਦ ਨੇ ਜਾਣੇ ਜਾਂਦੇ ਨੇ, ਉਹਨਾਂ ਦੇ ਵਿੱਚ ਉਹ ਦੱਸਦੇ ਨੇ ਕਿ ਬਾਬਰ ਨੇ ਕਿਸ ਤਰ੍ਹਾਂ ਹਮਲਾ ਕੀਤਾ, ਤੇ ਉਹ ਲਗਭਗ ਇਤਿਹਾਸ ਹੀ ਹੈ, ਤੇ ਉਹ ਤਸਵੀਰ ਹੈ, ਇਤਿਹਾਸ ਵੀ ਹੈ, ਉਸ ਕਿਸਮ ਸਮੇਂ ਦੀ ਤਸਵੀਰ ਵੀ ਹੈ। ਉਹਦੇ ਵਿੱਚ ਇਹ ਵੀ ਦੱਸਿਆ ਹੈ ਕਿ ਜਰਵਾਣਾ ਕੋਈ ਵੀ ਹੈ ਜਿਹੜਾ, ਚਾਹੇ ਕੋਈ ਵੀ ਪਾਵਰਫੁਲ ਬੰਦਾ ਕਿਸੇ ਦੂਸਰੇ ਕੰਟਰੀ ਦੇ ਉੱਤੇ ਜਾਂ ਕਿਸੇ ਵੀ ਦੂਸਰੇ ਦੇ ਉੱਤੇ ਹਮਲਾ ਜਦੋਂ ਕਰਦਾ, ਉਹਦਾ ਕੋਈ ਧਰਮ ਨਹੀਂ ਹੁੰਦਾ ਹੈ ਨਾ। ਗੁਰੂ ਨਾਨਕ ਜਦੋਂ ਕਹਿੰਦੇ ਨੇ ਜੱਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ ਹੈ, ਜਿਹੜੀਆਂ ਮੁਸੀਬਤ ਦੇ ਵਿੱਚ ਖੁਦਾ ਕਹਿੰਦੀਆਂ ਨੇ ਮੁਸਲਮਾਨੀਆਂ, ਉਹਨਾਂ ਦਾ ਵੀ ਬਾਬਰ ਦੀ ਸੈਨਾ ਨੇ ਕੋਈ ਲਿਹਾਜ਼ ਨਹੀਂ ਕੀਤਾ। ਉਹਨਾਂ ਇੱਕ ਧਰਮ ਨਿਰਪੱਖਤਾ, ਇੱਕ ਵੀ ਜਿਹੜਾ ਜਾਬਰ ਹੁੰਦਾ ਉਹਦਾ ਦੂਸਰਿਆਂ ਦੇ ਪ੍ਰਤੀ ਜਿਹਦੇ ਤੇ ਅਟੈਕ ਉਹ ਕਰਦਾ ਰਵੱਈਆ ਕੀ ਹੁੰਦਾ। ਫਿਰ ਦੇਖੋ ਤੁਸੀਂ ਇੱਕ ਸ਼ਬਦ ਦੇ ਵਿੱਚ ਇਹ ਵੀ ਦੱਸਦੇ ਨੇ ਕਿ ਜਦੋਂ ਸੋਨੇ ਦੀ ਨੀਰ ਢਾਇਆ ਆਇਆ ਹਿੰਦੁਸਤਾਨ ਦੇ ਉੱਤੇ, ਤਾਂ ਬਹੁਤ ਲੋਕਾਂ ਨੇ ਪੀਰ ਢਾਏ ਤੇ ਆਪਣਾ ਸੁੱਖਾਂ ਵੀ ਸੁੱਖੀਆਂ, ਪਰ ਕੋਈ ਨਾ ਤਾਂ ਕੋਈ ਪੀਰ ਸਹਾਇਤਾ ਦੇ ਲਈ ਆਇਆ, ਨਾ ਕਿਸੇ ਦੇਵੀ ਦੇਵਤੇ, ਨਾ ਕੋਈ ਜਿਹੜਾ ਅਮੀਰ ਹੈ ਉਹਦਾ ਕੋਈ ਸਿਪਾਹੀ ਅੰਨਾ ਹੋਇਆ ਜਾਂ ਉਹਨੂੰ ਕੋਈ ਵੀ ਕੁਛ ਹੋਇਆ। ਇਸ ਕਰਕੇ ਉੱਥੋਂ ਉਹ ਪ੍ਰੇਰਨਾ ਮਿਲਣੀ, ਤੁਹਾਨੂੰ ਆਪਣੀ ਜਿਹੜੀ ਹੈਲਪ ਹੈ, ਸੈਲਫ ਹੈਲਪ ਕਰਨੀ ਪੈਣੀ ਹੈ ਮਨੁੱਖ ਨੂੰ। ਤੁਸੀਂ ਖੁਦ ਹੀ ਰੋਕ ਸਕਦੇ ਹੋ, ਤੇ ਦੂਸਰਾ ਤੁਹਾਡੇ ਕਿਸੇ ਪੀਰ ਨੇ ਕਿਸੇ ਮੁਸੀਬਤ ਦਾ ਜਿਹੜਾ ਵੇਲਾ ਇਸ ਕਿਸਮ ਦਾ ਜਦੋਂ ਆਉਂਦਾ, ਤੁਹਾਡਾ ਦੁਸ਼ਮਣ ਤੁਹਾਡੇ ਤੇ ਹਮਲਾ ਕਰਦਾ, ਕਿਸੇ ਨੇ ਤੁਹਾਡੀ ਹੈਲਪ ਨਹੀਂ ਕਰਨੀ ਹੈਗੀ, ਤੁਸੀਂ ਕਿਸੇ ਨੇ ਕੋਈ ਮਦਦ ਵਾਸਤੇ ਨਹੀਂ, ਬੜੀ ਪ੍ਰੇਰਨਾ ਮਿਲਦੀ ਹੈ। ਵਾਕਈ ਮੇਰੇ ਦਿਮਾਗ 'ਚ ਦੋ ਗੱਲਾਂ, ਮੈਨੂੰ ਸਵਾਲ ਮੇਰੇ ਦਿਮਾਗ 'ਚ ਆ ਗਏ ਨੇ। ਇੱਕ ਤਾਂ ਸੁਖਣਾ ਵਾਲਾ, ਅਰਦਾਸ ਵਾਲਾ, ਮੈਂ ਤੁਹਾਨੂੰ ਬਾਅਦ 'ਚ ਪੁੱਛਦਾ ਹਾਂ। ਉਹ ਤੋਂ ਪਹਿਲਾਂ ਜਦੋਂ ਇਹ ਸਾਖੀਆਂ ਵਾਲੀ ਗੱਲਾਂ ਨਾ, ਮੈਂ ਬਹੁਤ ਪਹਿਲਾਂ ਇੱਕ ਕਿਤਾਬ ਪੜ੍ਹੀ ਸੀਗੀ, ਮੈਂ ਬਹੁਤ ਸਾਰੇ ਦੋਸਤਾਂ ਨੂੰ ਇਹ ਪੜ੍ਹਨ ਦੀ ਰਿਕਮੈਂਡ ਵੀ ਕੀਤੀ ਔਰ ਲੈ ਕੇ ਵੀ ਹੁਣ ਵੀ ਮੇਰੇ ਕੋਲ ਪਈ ਹੋਏਗੀ, ਗੁਰੂ ਨਾਨਕ ਬਾਰੇ ਸੱਚ ਦੀ ਖੋਜ। ਤੁਸੀਂ ਜ਼ਰੂਰ ਪੜ੍ਹੀ ਹੋਵੇ ਸ਼ਾਇਦ, ਪਤਾ ਮੇਰੇ ਖਿਆਲ ਸੁਰਿੰਦਰ ਸਿੰਘ ਦੋਸਾਂਝਣਾ ਦੀ ਲਿਖੀ ਕਿਤਾਬ ਹੈ। ਉਹਦੇ ਵਿੱਚ ਜਿਹੜੀਆਂ ਸਾਖੀਆਂ ਨੇ ਨਾ ਜੀ, ਉਹਨਾਂ ਦੀ ਕਿਤਾਬਾਂ ਬਹੁਤ ਸੋਹਣੀਆਂ ਲਿਖੀਆਂ ਸੀ, ਬਾ ਕਮਾਲ,
ਗੁਰੂ ਨਾਨਕ ਬਾਰੇ ਸੱਚ ਦੀ ਖੋਜ ਤੇ ਗੁਰੂ ਤੇਗ ਬਹਾਦਰ ਬਾਰੇ ਸੱਚ ਦੀ ਖੋਜ। ਅੱਛਾ। ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਾਂ ਮੈਂ ਕਿਹਾ ਸੀਗਾ ਕਿ ਉਹਨਾਂ ਦੀ ਜਿਸ ਤਰ੍ਹਾਂ ਆਪਾਂ ਕਹੀ ਜਾ ਰਹੇ ਆ ਨਾ ਉਹਨਾਂ ਦੇ ਬਾਰੇ ਵੀ ਉਹ ਆਪ ਚਲ ਗਏ ਸੀਸ ਕਟਾਉਣ ਜੇ ਚਲ ਗਏ, ਇਹ ਗੱਲਾਂ ਨਹੀਂ ਸੀਗੀਆਂ। ਉਹਨਾਂ ਨੇ ਸਗੋਂ ਕਿਹਾ ਕਿ ਉਹਨਾਂ ਨੇ ਇੱਕ ਰਾਜਸੀ ਚੇਤਨਾ ਪੈਦਾ ਕੀਤੀ ਸੀ, ਅਸਾਮ ਤੱਕ ਜਾ ਕੇ ਸਾਰੇ ਹਿੰਦੁਸਤਾਨ 'ਚ ਜਿਹੜੇ ਜਾਬਰ ਲੋਕ ਸੀਗੇ ਉਹਨਾਂ ਦੇ ਖਿਲਾਫ ਇੱਕ ਮੂਵਮੈਂਟ ਬਿਲਡ ਕੀਤੀ ਜਿਹੜੀ ਉਹਨਾਂ ਦੀ ਅੱਖ 'ਚ ਰੜਕਦੀ ਸੀ ਮੁਗਲਾਂ ਦੀ 'ਚ ਉਸ ਸਮੇਂ ਦੀ ਹੁਕੂਮਤ ਦੀ ਅੱਖ 'ਚ ਰੜਕਦੀ ਸੀ। ਬਿਲਕੁਲ ਦੇਖੋ ਉਹਨਾਂ ਦੀ ਮਤਲਬ ਕੁਰਬਾਨੀ ਬਹੁਤ ਵੱਡੀ ਹੈ, ਉਹਨੂੰ ਬਹੁਤ ਛੋਟੀ ਕਰ ਰਹੇ ਆ। ਹਾਂ ਉਹਨੂੰ ਬਹੁਤ ਛੋਟੀ ਕਰ ਤੁਸੀਂ ਜਾਓ ਗੁਰੂ ਤੇਗ ਬਹਾਦਰ ਤੋਂ ਤੁਹਾਡੀ ਇਹ ਗੱਲ ਦੱਸਣ ਦੇ ਨਾਲ ਦੂਸਰੀ ਗੱਲ ਵੀ ਹੁਣ ਤੁਸੀਂ ਕੋਈ ਸਾਖੀ ਪੜ੍ਹ ਲਓ, ਉਹ ਇਤਿਹਾਸਕਾਰ ਵੀ ਕਹੀ ਜਾਣਗੇ ਵੀ ਭੋਰੇ ਦੇ ਵਿੱਚ ਬੰਦ ਰਹੇ ਉੱਥੇ ਬਾਬੇ ਬਕਾਲੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ 9 ਸਾਲ ਸਵਾਰੀ ਸਵਾਰੀ ਵੀ ਪੈਦਾ ਹੁੰਦਾ ਕਿ ਸਿੱਖ ਧਰਮ ਦਾ ਜਾਂ ਗੁਰੂ ਸਾਹਿਬਾਨ ਦਾ ਇਹ ਸਿਧਾਂਤ ਹੀ ਨਹੀਂ ਹੈ ਆਈਸੋਲੇਸ਼ਨ ਦੇ ਵਿੱਚ ਰਹਿ ਕੇ ਭਗਤੀ ਕਰਨ ਦਾ, ਹੈ ਨਾ। ਤੇ ਭੱਟਾਂ ਦੀਆਂ ਤੁਸੀਂ ਵਹੀਆਂ ਪੜ੍ਹੋ, ਉਹਨਾਂ ਦੇ ਵਿੱਚ ਸਾਨੂੰ ਇਹ ਰੈਫਰੈਂਸ ਮਿਲ ਜਾਂਦਾ ਕਿ ਗੁਰੂ ਤੇਗ ਬਹਾਦਰ ਪ੍ਰਚਾਰ ਕਰਨ ਜਾਂਦੇ ਰਹੇ, ਗੁਰੂ ਤੇਗ ਬਹਾਦਰ ਤੀਰਥਾਂ ਤੇ ਜਾਂਦੇ ਰਹੇ। ਉਹ ਕਿਉਂ ਜਾਂਦੇ ਸੀ? ਕਿਉਂਕਿ ਤੀਰਥਾਂ ਦੇ ਉੱਤੇ ਲੋਕੀ ਜ਼ਿਆਦਾ ਇਕੱਠੀ ਹੁੰਦੀ, ਸੰਗਤ ਵੱਧ ਹੁੰਦੀ ਹੈ, ਤੁਸੀਂ ਵੱਧ ਲੋਕਾਂ ਨੂੰ ਆਪਣਾ ਜਿਹੜਾ ਮੈਸੇਜ ਹੈ ਉਹ ਦੇ ਸਕਦੇ ਹੋ, ਆਪਣਾ ਸੁਨੇਹਾ ਦੇ ਸਕਦੇ ਹੋ। ਸੋ ਇਹ ਵੀ ਇਦਾਂ ਹੀ ਆ ਜਿਵੇਂ ਉਹ ਕਹਿੰਦੇ ਗੁਰੂ ਤੇਗ ਬਹਾਦਰ ਨੇ ਉਦੋਂ ਵੀ ਪ੍ਰਚਾਰ ਕੀਤਾ। ਗੁਰੂ ਤੇਗ ਬਹਾਦਰ ਅਸਾਮ ਤੱਕ, ਬੰਗਾਲ ਤੱਕ, ਕਿੱਥੇ ਤੱਕ ਗਏ ਉਹ, ਤੇ ਉਹ ਜਦੋਂ ਗੁਰਗੱਦੀ ਤੇ ਨਹੀਂ ਵੀ ਸੀਗੇ, ਉਹ ਹੋ ਸਕਦਾ ਜਿਹੜੇ ਉਹ ਗੱਦੀਆਂ 22 ਮੰਜੀਆਂ ਲਾਈ ਬੈਠੇ ਸੀਗੇ ਉਹਨਾਂ ਨੇ ਇਹ ਗੱਲ ਪ੍ਰਚਾਰੀ ਹੋਵੇ ਵੀ ਨਹੀਂ ਜੀ ਉਹਦਾ ਭੋਰੇ 'ਚ ਵੜ ਗਏ। ਉਹ ਕੋਈ ਉਹਨਾਂ ਤੋਂ ਡਰਦੇ ਸੀ ਕਿਉਂਕਿ ਸੀ ਉਹਨਾਂ ਨੂੰ ਪਤਾ ਸੀ ਕਿ ਗੁਰੂ ਸਥਾਪਿਤ ਕਰਨ ਦੀ ਜਾਂ ਅਗਲੀ ਗੁਰਗੱਦੀ ਸੌਂਪਣ ਦੀ ਇੱਕ ਖਾਸ ਪਰੰਪਰਾ ਹੈ ਜਿਹੜੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉੱਥੇ ਦਿੱਲੀ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿਹਾ ਵੀ ਹਾਂ ਬਾਬਾ ਬਕਾਲੇ ਹੈ। ਇਹ ਡਾਕਟਰ ਸਾਹਿਬ ਉਹ ਕਿਤਾਬ ਹੈ ਨਾ, ਵੈਸੇ ਉਹ ਆਪਾਂ ਤੁਸੀਂ ਤੇ ਖੈਰ ਬਹੁਤ ਵਿਦਵਾਨ ਹੋ, ਬਹੁਤ ਕੁਝ ਪੜਿਆ, ਮੈਂ ਤੁਹਾਨੂੰ ਰਿਕਮੈਂਡ ਕਰੂੰਗਾ। ਮਤਲਬ ਹਰ ਸਿੱਖ ਨੂੰ ਕਿਤਾਬਾਂ ਪੜ੍ਹਨੀ, ਮੈਂ ਤਾਂ 10ਵੀਂ 'ਚ ਪੜ੍ਹਦਾ ਸੀ ਜਦੋਂ ਉਹ ਕਿਤਾਬ ਮੇਰੇ ਪਹਿਲੀ ਵਾਰ ਹੱਥ ਲੱਗੀ ਤੇ ਉਹ ਕਿਤਾਬ ਮੈਂ ਲੈ ਗਿਆ, ਪੜ੍ਹੀ। ਮੇਰੇ ਚਾਚਾ ਜੀ ਇੱਕ ਬਹੁਤ ਸੋਹਣੇ ਕਰਦੇ ਹੁੰਦੇ ਸੀ ਪਾਠ ਸਵੇਰੇ ਇਸ ਵਕਤ ਜਾ ਕੇ, ਉਹਨਾਂ ਨੇ ਜਦੋਂ ਮੈਂ ਡਿਸਕਸ ਕੀਤਾ ਕਿਤਾਬ ਬਾਰੇ ਕਹਿੰਦੇ ਇਹ ਤੇ ਕਿਸੇ ਕਾਮਰੇਡ ਦੀ ਲਿਖੀ ਹੈ, ਇਹ ਨਹੀਂ ਹੋ ਸਕਦਾ। ਅੱਛਾ, ਉਹ ਚੱਕ ਲੋਕੀ ਨਾ ਇੱਕਦਮ ਫਤਵਾ ਲਾ ਦਿੰਦੇ ਸਾਡੇ ਧਰਮਾਂ 'ਚ ਵੀ ਆ। ਤੇ ਉਹਦੇ ਵਿੱਚ ਉਹਨਾਂ ਨੇ ਬੜੇ ਸਾਇੰਟੀਫਿਕ ਵੇ ਨਾਲ ਚੀਜ਼ਾਂ ਲਿਖੀਆਂ, ਜਿੱਦਾਂ ਦੇਖੋ ਨਾ ਜਿੱਦਾਂ ਤੁਸੀਂ ਗੁਰੂ ਤੇਗ ਬਹਾਦਰ ਦਾ ਜ਼ਿਕਰ ਕਰ ਰਹੇ ਹੋ, ਸਾਡੇ ਆਮ ਤੌਰ ਤੇ ਪ੍ਰਚਾਰਕ ਕਹਿੰਦੇ ਜੀ 9 ਮਹੀਨੇ 9 ਸਾਲ 9 ਮਹੀਨੇ 9 ਦਿਨ ਉੱਥੇ ਰਹੇ। ਮਤਲਬ ਇਹ ਕਿੱਥੋਂ ਉਹਨਾਂ ਨੂੰ ਡੇਟਾ ਮਿਲਿਆ? 9 ਸਾਲ ਗੁਰੂ ਦਾ ਸਿੱਖ ਹੋ ਕੇ, ਗੁਰੂ ਹਾਲੇ ਉਹ ਨਹੀਂ ਬਣੇ, ਗੁਰੂ ਦੇ ਸਿੱਖ ਹੋ ਕੇ ਉਹ ਆਪਣਾ ਮਤਲਬ 9 ਸਾਲ ਆਈਸੋਲੇਸ਼ਨ ਦੇ ਵਿੱਚ ਕਿਵੇਂ ਰਹਿ ਸਕਦੇ ਆ। ਬਿਲਕੁਲ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਆਪ ਕਿਹਾ ਵੀ ਤੁਸੀਂ ਬਕਾਲੇ ਜਾ ਕੇ ਬੈਠੋ। ਕਿਉਂ ਬੈਠੋ? ਆਲੇ ਦੁਆਲੇ ਪ੍ਰਚਾਰ ਕਰਨਾ ਸੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤਾਂ ਕੀਰਤਪੁਰ ਸਾਹਿਬ ਚਲੇ ਗਏ ਸੀਗੇ, ਉੱਥੇ ਚਲੇ ਗਏ। ਤੁਸੀਂ ਪਿਛਲੀ ਵਾਰ ਜ਼ਿਕਰ ਕੀਤਾ ਸੀ ਕਿ ਗੁਰੂ ਸਾਹਿਬ ਕੱਲੇ ਇੱਕ ਫਕੀਰ ਹੀ ਸਨ, ਤੇਗਦੇ ਵੀ ਤਾਂ ਨਹੀਂ ਸਨ। ਬੰਦਾ ਲੋਕ ਖੁੰਦਰ 'ਚ ਵੜ ਕੇ ਬਹਿ ਸਕਦਾ ਨਹੀਂ, ਬੈਠ ਸਕਦਾ, ਸਵਾਲ ਹੀ ਨਹੀਂ ਪੈਦਾ। ਸਿੱਖ ਲਈ ਤਾਂ ਸਿੱਖ ਨੂੰ ਤਾਂ ਮਤਲਬ ਤਿਆਰ ਬਰ ਤਿਆਰ ਰਹਿਣ ਦਾ ਹੁਕਮ ਹੈ। ਇਹ ਇਕੱਲਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਦਿੱਤਾ ਹੈਗਾ, ਗੁਰੂ ਨਾਨਕ ਦੇਵ ਦੇ ਵੇਲੇ ਤੋਂ। ਮਤਲਬ ਇਹ ਕਿ ਜਿਹੜਾ ਜਾਗਿਆ ਹੋਇਆ ਬੰਦਾ ਹੈ ਉਹ ਸਿੱਖ ਕਹਾਉਣ ਦੇ ਲਾਇਕ ਹੈ। ਸੁੱਤੇ ਬੰਦੇ ਦੀ ਤਾਂ ਕੋਈ ਆਈਸੋਲੇਸ਼ਨ ਦੇ ਵਿੱਚ ਜਾਣਾ ਤਾਂ ਸੌਣ ਵਰਗੀ ਗੱਲ ਹੈ। ਉਹ ਹੈ ਨਾ ਜੋਗੀਆਂ ਸਿੱਧ ਦੇਸ਼ ਦੇ ਵਿੱਚ ਉਹਨਾਂ ਨੇ ਐਕਸਪਲੇਨ ਕੀਤਾ ਹੋਇਆ ਹੈ, ਕਿੰਨੀ ਡਿਟੇਲ ਧਰਮ ਦਾ ਮੂਲ ਦਰਸ਼ਨ ਹੈ, ਉਹ ਤੋਂ ਮਤਲਬ ਬਾਹਰੀ ਗੱਲ ਹੈ। ਹਾਂਜੀ ਹਾਂ, ਇਹ ਜਿਹੜੀ ਸਾਖੀਆਂ ਨੇ, ਕਥਾ ਕਹਾਣੀਆਂ ਨੇ, ਸਾਨੂੰ ਉਹ ਤੋਂ ਡਾਇਵਰਟ ਕਰਦੀਆਂ ਨੇ। ਡਾਇਵਰਟ ਕਰਨ ਦਾ ਵੀ ਇੱਕ ਰੀਜ਼ਨ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਦੀ ਹੁੰਦੀ ਹਾਂ ਕਿ ਗੁਰੂ ਘਰ ਦੇ ਵਿੱਚ ਪੈਨੀਟ੍ਰੇਸ਼ਨ ਜਿਹੜੀ ਹੈਗੀ ਆ, ਦੇਖੋ ਜਿਹੜਾ ਪਹਿਲਾ ਸਥਾਪਿਤ ਫਲਸਫਾ ਉਹਦੇ ਵਿੱਚ ਚਾਹੇ ਉਹ ਕਦੋਂ ਵੀ ਸ਼ੁਰੂ ਹੋਇਆ, ਵੇਦਾਂ ਤੋਂ ਬਾਅਦ ਹੋਇਆ ਜਾਂ ਵੇਦਾਂ ਤੋਂ ਹੋਇਆ, ਜਿਹੜਾ ਵਰਨ ਆਸ਼ਰਮ ਧਰਮ ਦਾ ਸਿਧਾਂਤ ਦਿੱਤਾ ਹੋਇਆ, ਜੇ ਉਹ ਸਿਧਾਂਤ ਵਿੱਚੋਂ ਨਿਕਲ ਜਵੇ ਤਾਂ ਉਹ ਜਿਹੜੀ ਹਿੰਦੂਇਜ਼ਮ ਵਾਲਾ ਉੱਚੇ ਨੀਵੇਂ ਦਾ ਹਰ ਇੱਕ ਤਰ੍ਹਾਂ ਦਾ ਸਾਰਾ ਕੁਝ ਹੀ ਡਿੱਗ ਪੈਂਦਾ ਹੈ। ਉਹ ਹੈ ਨਾ, ਡਿੱਗ ਪੈਂਦਾ ਹੈ। ਹੁਣ ਉੱਥੇ ਮਨੁੱਖ ਨੂੰ ਬਰਾਬਰਤਾ ਸਮਝ ਹੀ ਨਹੀਂ ਆ। ਹੁਣ ਗੁਰੂ ਨਾਨਕ ਨੇ ਪਹਿਲੀ ਗੱਲ ਜਿਹੜੀ ਕੀਤੀ ਉਹ ਜਾਤ ਪਾਤ ਦਾ ਖੰਡਨ ਕੀਤਾ, ਵਰਨ ਆਸ਼ਰਮ ਧਰਮ ਨੂੰ ਰਿਜੈਕਟ ਕੀਤਾ ਉਹਨਾਂ ਨੇ। ਗੁਰਮੁਖ ਬੁੱਢੇ ਕਦੇ ਨਹੀਂ ਵਾਲੀ ਗੱਲ ਵੀ ਕੀਤੀ ਆ, ਤੇ ਉਹ ਸਹਾਰ ਨਹੀਂ ਸੀ ਹੁੰਦਾ। ਬੁੱਧਿਜ਼ਮ ਨਾਲ ਵੀ ਉਹੀ ਗੱਲ ਹੋਈ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਕਹਿ ਲਓ ਵੀ ਬਾਬਾ ਸ੍ਰੀ ਚੰਦ ਦੇ ਰਾਹੀਂ ਉਹ ਪੈਨੀਟ੍ਰੇਸ਼ਨ ਹੈ ਜਿਹੜੀ ਉਹ ਸ਼ੁਰੂ ਹੋ ਗਈ ਸੀ, ਉਹ ਥਰੂ ਆਊਟ ਚੱਲਦੀ ਹੈ। ਗੁਰੂ ਗੋਬਿੰਦ ਸਿੰਘ ਦੇ ਵੇਲੇ ਤੱਕ ਵੀ, ਗੁਰੂ ਤੇਗ ਬਹਾਦਰ ਦੇ ਵੇਲੇ ਤੱਕ ਉਹ ਥਰੂ ਆਊਟ ਚੱਲਦੀ ਹੈ। ਤੁਸੀਂ ਦੇਖੋ ਵੀ ਇੰਨਾ ਵਿਰੋਧ ਆਪਣਾ ਮੁਗਲ ਆਤਮਾ ਨੇ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਦੇ,
ਪਹਿਲਾਂ ਜਿਹੜਾ ਛੇੜਿਆ ਉਹ ਬਾਈ ਧਾਰ ਦੇ ਰਾਜਿਆਂ ਨੇ ਛੇੜਿਆ, ਜਿਨ੍ਹਾਂ ਪਹਾੜੀ ਰਾਜੇ ਨੇ ਛੇੜਿਆ, ਕਿਉਂਕਿ ਉਹਨਾਂ ਨੂੰ ਇਹ ਗੱਲ ਐਕਸੈਪਟੇਬਲ ਨਹੀਂ ਸੀ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਹੁਣ ਤੱਕ ਦਬਾਉਂਦੇ ਆਏ ਆ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਬਰਾਬਰ ਬਿਠਾ ਦਿੱਤਾ ਹੈਗਾ। ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਸੀ, ਸਾਰਾ ਟੋਟਲ ਫਲਸਫਾ ਜਿਹੜਾ ਉਹ ਡਿੱਗਦਾ ਹੈ, ਜਿਹੜਾ ਸਮਤਾ ਦਾ ਸਿਧਾਂਤ ਹੈ, ਮਨੁੱਖ ਨੂੰ ਮਨੁੱਖ ਸਮਝਣ ਦਾ ਸਿਧਾਂਤ ਹੈ, ਮਨੁੱਖ ਦੀ ਬਰਾਬਰੀ ਦਾ ਸਿਧਾਂਤ ਹੈ, ਜਿਹੜਾ ਉਹਨੂੰ ਹਜਮ ਨਹੀਂ ਸੀ ਹੋ ਰਿਹਾ, ਉਹ ਹਜਮ ਹੋ ਰਿਹਾ ਸੀ, ਉਹ ਅੱਜ ਤੱਕ ਵੀ ਚੱਲਿਆ ਰਿਹਾ ਡਾਕਟਰ ਸਾਹਿਬ, ਹੁਣ ਕਿਹੜਾ ਲਿਆ ਰਿਹਾ ਹੈ। ਹੁਣ ਜਿੰਨੀਆਂ ਵੀ ਇਹ ਸਾਖੀਆਂ ਲਿਖੀਆਂ ਹੋਈਆਂ ਨੇ ਜਾਂ ਕਥਾ ਕਹਾਣੀਆਂ ਨੇ, ਤੁਸੀਂ ਮੈਨੂੰ ਦੱਸੋ, ਮੈਂ ਚੌਪਾ ਸਿੰਘ ਦਾ ਰਹਿਤਨਾਮਾ ਪੜ੍ਹ ਰਹੀ ਸੀਗੀ ਹਨਾ, ਤੇ ਉਹ ਇਦਾਂ ਹੀ ਮੈਂ ਸ਼ਾਇਦ ਅੱਗੇ ਵੀ ਕਿਤੇ ਗੱਲ ਕੀਤੀ ਵੀ ਡਾਕਟਰ ਜੀ.ਐਸ. ਗਰੇਵਾਲ ਕਹਿੰਦੇ ਵੀ ਇਹ ਜਿਹੜਾ ਸੈਕੰਡਰੀ ਲਿਟਰੇਚਰ ਹੈ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਦੇ ਵਿੱਚ ਪਰਖਿਆ ਜਾਣਾ ਚਾਹੀਦਾ। ਪਹਿਲਾਂ ਕਿਹਾ ਜਾਂਦਾ ਉਹਨਾਂ ਬਾਰੇ ਵੀ ਕਾਮਰੇਡ ਨੇ ਉਹ ਤੋਂ, ਪਰ ਉਹਨਾਂ ਨੇ ਸਰਟੀਫਿਕੇਟ ਚੱਲਦੇ ਨੇ ਜੀ, ਜਿਹੜਾ ਅਕਾਲੀ ਬਾਰੇ ਜਿੰਨਾ ਵਧੀਆ ਉਹਨਾਂ ਨੇ ਲਿਖਿਆ, ਹੁਣ ਪਿੱਛੋਂ ਆ ਕੇ ਜੋ ਵੀ ਕੰਮ ਕੀਤਾ ਪੰਜਾਬੀ ਯੂਨੀਵਰਸਿਟੀ ਨਾਲ ਉਹ ਜੁੜੇ ਰਹੇ ਨੇ। ਤੁਹਾਨੂੰ ਪਤਾ ਜਿਹੜਾ ਆਪਣਾ ਖਾਲਸਾ ਵਿਰਾਸਤ ਦਾ ਇੱਥੇ ਬਣਾਇਆ ਹੈ ਆਨੰਦਪੁਰ ਸਾਹਿਬ, ਉਹਦਾ ਜਿਹੜਾ ਉਹਦੇ ਵਿੱਚ ਕਿਹੜੀਆਂ ਕੋਟੇਸ਼ਨ ਦੇਣੀ ਕਿੰਨੇ ਕਰਨੀ ਉਹ ਸਾਰਾ ਡਾਕਟਰ ਗਰੇਵਾਲ ਨੇ ਤਿਆਰ ਕੀਤਾ ਹੋਇਆ। ਤੁਹਾਨੂੰ ਪਤਾ ਕਿਉਂਕਿ ਮੈਨੂੰ ਵੀ ਗੁਰੂ ਅਰਜਨ ਦੇਵ ਤੇ ਗੁਰੂ ਅਮਰਦਾਸ ਸ਼ਾਇਦ ਉਹਨਾਂ ਦੀ ਬਾਣੀ ਚ ਦਿੱਤਾ ਸੀ, ਤਾਂ ਮੈਂ ਉਹਨਾਂ ਵਿੱਚੋਂ ਕਨਸੈਪਟ ਲੈ ਕੇ ਤਿਆਰ ਕਰਕੇ ਦਿੱਤੇ ਸੀ ਉਹਨੇ। ਉਸ 3-4 ਬਹੁਤ ਸੋਹਣਾ ਜੀ ਵਾਕਈ। ਤੇ ਉਹ ਕਹਿੰਦੇ ਵੀ ਅੱਛਾ, ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ, ਮੈਂ ਕਿਹਾ ਚਲੋ ਮੈਂ ਚੌਪਾ ਸਿੰਘ ਦੇ ਰਹਿਤਨਾਮ ਦੇ ਕਰਦੇ। ਹੁਣ ਚੌਪਾ ਸਿੰਘ ਦੇ ਰਹਿਤਨਾਮ, ਚੌਪਾ ਸਿੰਘ ਆਪ ਸ਼ਿੱਦਰ ਬ੍ਰਾਹਮਣ ਸੀ ਉਹ, ਹੈਨਾ। ਉਹਨੇ ਹੁਣ ਅਸੀਂ ਸਾਰੇ ਜਾਣਦੇ ਹਾਂ ਇਤਿਹਾਸਕ ਤੌਰ ਦੇ ਉੱਤੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਇੱਕੋ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਤੇ ਉਹਦੇ ਵਿੱਚ ਸਾਰੀਆਂ ਜਾਤਾਂ ਦੇ ਲੋਕ ਸੀ। ਸਿਰਫ ਸਾਰੀਆਂ ਜਾਤਾਂ ਨਹੀਂ ਸੀ, ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਚੋਂ ਆਏ ਹੋਏ ਸੀਗੇ, ਹੈਨਾ। ਤੇ ਉਹ ਕਹਿੰਦਾ ਵੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਅੰਮ੍ਰਿਤ ਛਕਾਇਆ, ਫਿਰ ਸਾਨੂੰ ਕਿਹਾ, ਮਤਲਬ ਸ਼ਿੱਦਰ ਬ੍ਰਾਹਮਣ ਨੂੰ ਛਕਾਇਆ ਅੰਮ੍ਰਿਤ, ਤੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਇਹਨਾਂ ਨੂੰ ਵੀ ਛਕਾ ਦਿਓ, ਮਤਲਬ ਦਲਿਤ ਭਾਈਚਾਰੇ। ਇਸ ਕਿਸਮ ਇਹ ਨਾ ਸਾਨੂੰ ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਜ਼ਰੂਰਤ ਵੀ ਧਾਰਮਿਕ ਗ੍ਰੰਥ ਦੀ, ਤੇ ਇਹ ਸਾਡੇ ਲਈ ਇੱਕ ਗਾਈਡੈਂਸ ਵੀ ਹੈ। ਭਾਵੇਂ ਅਸੀਂ ਇਤਿਹਾਸ ਦੇ ਵਿੱਚ ਜਾਂਦੇ ਹਾਂ, ਚਾਹੇ ਕੋਈ ਫਲਸਫੇ ਦੀ ਗੱਲ ਕਰਨੀ ਹੈ, ਚਾਹੇ ਕਿਸੇ ਰਹਿਤ ਮਰਿਆਦਾ ਦੀ ਗੱਲ ਕਰਨੀ ਹੈ, ਜਿਹੜਾ ਨਹੀਂ ਜਿਹਦਾ ਮਤਲਬ ਵਿਜ਼ਨ ਹੈ, ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਫਲਸਫਾ ਜਿਹੜਾ ਹੈਗਾ, ਸਿਧਾਂਤ ਹੈ ਜਿਹੜਾ, ਜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ ਹੈ ਤਾਂ ਉਹ ਸਿਧਾਂਤ ਸਾਡਾ ਸਿਧਾਂਤ ਨਹੀਂ ਹੈ ਉਹ, ਮਤਲਬ ਬਿਲਕੁਲ। ਅੱਛਾ ਡਾਕਟਰ, ਕ੍ਰਾਈਟੇਰੀਆ ਸਾਡੇ ਕੋਲ ਸਾਡਾ ਪ੍ਰਾਇਮਰੀ ਸੋਰਸ ਸਾਡਾ ਕ੍ਰਾਈਟੇਰੀਆ ਹੈ ਕਿ ਜਿਸ ਤਰੀਕੇ ਨਾਲ ਸਾਡੇ ਜਿਹੜੇ ਸਾਨੂੰ ਧਰਮ ਬਾਰੇ ਦੱਸਣ ਵਾਲੇ ਲੋਕ ਨੇ, ਉਹਨਾਂ ਦਾ ਉਹਦੇ ਬਾਰੇ ਪੂਰਾ ਗਿਆਨ ਨਾ ਹੋਣਾ ਕਿਤੇ ਨਾ ਕਿਤੇ ਰੁਕਾਵਟ ਹੈ। ਮਤਲਬ ਇਹ ਕਿ ਜਿੱਦਾਂ ਵਿਆਖਿਆ ਕਰਨ ਲੱਗਦੇ ਆ ਨਾ, ਜਦੋਂ ਕੋਈ ਆਪਣੇ ਪ੍ਰੀਚਰ ਜਿਹੜੇ ਸਾਡੇ ਹੈਗੇ ਨੇ ਜਿਨ੍ਹਾਂ ਨੂੰ ਸਿਧਾਂਤ ਬਾਰੇ ਨਹੀਂ ਬਹੁਤਾ ਪਤਾ, ਉਹ ਜਦੋਂ ਗੁਰੂ ਸਾਹਿਬ ਦਾ ਅੰਮ੍ਰਿਤ ਛਕਾਉਣ ਦੀ ਗੱਲ ਹੀ ਕਰਦੇ ਆ ਨਾ, ਤੇ ਉਹ ਸ਼ੁਰੂਆਤ ਹੀ ਇੱਥੋਂ ਕਰਦੇ ਆ ਜਿਹੜੀ ਚੀਜ਼ ਨੂੰ ਗੁਰੂ ਸਾਹਿਬ ਰੱਦ ਕਰਦੇ ਆ। ਪਹਿਲਾਂ ਉੱਠਿਆ ਉਹ ਸੀਗਾ ਫਲਾਣਾ, ਦੂਜੀ ਵਾਰ ਉੱਠਿਆ ਜੱਟ, ਤੀਜੀ ਵਾਰ ਉੱਠਿਆ ਉਹ ਸੀ ਫਲਾਣੇ ਜਗ੍ਹਾ ਦਾ ਨਾਈ। ਬਿਲਕੁਲ ਹੀ ਗੱਲ ਜਦੋਂ ਦੱਸਣ ਦਾ ਤਰੀਕਾ, ਭਾਵੇਂ ਦੱਸਣਾ ਇਹ ਚਾਹੁੰਦੇ ਹੁੰਦੇ ਆ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਹੋਈ, ਪਰ ਉਹ ਖੁਦ ਜਾਤ ਦੇ ਜੰਜਾਲ ਨੂੰ ਤੋੜ ਨਹੀਂ ਪਾਉਂਦੇ, ਨਹੀਂ ਤੋੜ ਪਾਉਂਦੇ ਹੈਗੇ। ਜਦੋਂ ਅਸੀਂ ਇੰਟਰਪ੍ਰੀਟੇਸ਼ਨ ਕਰਦੇ ਹਾਂ ਉਹਨੂੰ ਤੋੜ ਹੀ ਨਹੀਂ ਪਾਉਂਦੇ ਹੈਗੇ ਅਸੀਂ, ਹੈਨਾ। ਮਤਲਬ ਇਹ ਜਦੋਂ ਇਹ ਕਹਿ ਗਿਆ ਨਾ ਵੀ ਗੁਰੂ ਸਾਹਿਬ ਨੇ ਕਾਲ ਕੀਤੀ ਤੇ ਉੱਠਣ ਵਾਲਿਆਂ ਚੋਂ ਪਹਿਲਾਂ ਕੌਣ ਸੀ ਤੇ ਉਹਦੀ ਜਾਤ ਕੀ ਸੀ, ਇਹਦਾ ਮਤਲਬ ਇਹ ਹੈ ਕਿ ਅਸੀਂ ਉਸ ਜੰਜਾਲ ਚੋਂ ਨਿਕਲੇ ਨਹੀਂ। ਹਾਂ, ਉਹ ਜਾਤ ਪਾਤ ਚੋਂ ਨਹੀਂ ਨਿਕਲੇ। ਹਾਲਾਂਕਿ ਉਸ ਮਾਈਂਡ ਨੂੰ ਤਿਆਰ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਕਦੋਂ ਆਪਣਾ 1469 ਚ ਗੁਰੂ ਨਾਨਕ ਦੇਵ ਪੈਦਾ ਹੁੰਦੇ ਨੇ, 1499 ਦਾ ਅਸੀਂ ਜੈਨਾ ਦੀ ਪ੍ਰਵੇਸ਼ ਤੋਂ ਸਿੱਖ ਧਰਮ ਦਾ ਆਗਾਜ਼ ਮੰਨਦੇ ਹਾਂ, ਹਨਾ। ਤੇ 1699 ਦੀ ਵਿਸਾਖੀ ਨੂੰ ਜਾ ਕੇ ਅੰਮ੍ਰਿਤ ਛਕਾਉਂਦੇ ਨੇ। ਕਿੰਨੇ ਸਾਲ ਬਣੇ ਇਹ? ਪੂਰੇ 200 ਸਾਲ ਬਣਦੇ ਆ, ਹਨਾ। 1499 ਤੋਂ 1699 ਤੱਕ ਉਹ ਮਨੁੱਖ ਦੀ ਜਿਹੜੀ ਮਾਨਸਿਕਤਾ ਹੈਗੀ ਹੈ ਉਹਨੂੰ ਬਦਲਣ ਦੇ ਵਾਸਤੇ, ਉਹਨੂੰ ਤਿਆਰ ਕਰਨ ਦੇ ਵਾਸਤੇ ਪੂਰਾ 200 ਸਾਲ ਲੱਗਿਆ। ਤੇ 10 ਜਾਮਿਆਂ ਦੇ ਵਿੱਚ ਆਏ ਗੁਰੂ, ਹਾਂ, ਤੇ ਤਾਂ ਉਹਨਾਂ ਨੇ ਅੰਮ੍ਰਿਤ ਛਕਾਇਆ ਵੀ ਬਿਲਕੁਲ ਹੁਣ ਉਹਦੇ ਸਿੱਖ ਹੈ ਜਿਹੜਾ ਉਹ ਤਿਆਰ ਹੋ ਗਿਆ ਹੈ। ਜੇ ਫਿਰ ਵੀ ਅਸੀਂ ਇਹ ਕਰੀਏ ਵੀ ਨਹੀਂ, ਛਿੰਬਾ ਉੱਠਿਆ, ਜੱਟ ਉੱਠਿਆ, ਤੇ ਮਤਲਬ ਬ੍ਰਾਹਮਣ ਉੱਠਿਆ, ਇਹ ਬਿਲਕੁਲ ਹੀ ਬਹੁਤ ਇਹ ਗਲਤ ਗੱਲ ਹੈ। ਅੱਛਾ, ਜਿਹੜੀ ਗੱਲ ਆਪਾਂ ਕਰ ਰਹੇ ਹਾਂ ਸਾਖੀਆਂ ਦੀ, ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ ਹੈ ਬਾਬਰ ਬਾਣੀ ਦਾ, ਜੇ ਬਾਬਰ ਬਾਣੀ ਨੂੰ ਪੜੋ ਤੇ ਉਹਦੇ ਵਿੱਚ ਗੁਰੂ ਸਾਹਿਬ ਦਾ ਦਰਦ ਕੇ ਉਹ ਰੱਬ ਨੂੰ ਵੀ ਮਿਹਣਾ ਦਿੰਦੇ ਆ ਕਿ ਇਤੀ ਮਾਰ ਪਈ ਕਰ ਲਾਣੇ ਕੀ ਦਰਦ ਨਾਲ। ਤੁਸੀਂ ਦੇਖੋ ਗੁਰੂ ਨਾਨਕ ਨੇ ਜਿਹੜੇ ਮਤਲਬ ਹਿੰਦੁਸਤਾਨ ਨੂੰ ਐਜ਼ ਅ ਯੂਨਿਟ
ਪੇਸ਼ ਕਰਦੇ ਨੇ ਹਨਾ। ਖੁਰਾਸਾਨ ਖਸਮਾਨਾ ਕੀ ਆ, ਹਿੰਦੁਸਤਾਨ ਬਣਾਇਆ, ਇਤੀ ਮਾਰ ਪਈ ਕੁਰਬਾਨੀ ਤਾਂ ਕੀ ਦਰਦ ਨਾ ਆਇਆ। ਉਹ ਗੁਰੂ ਨਾਨਕ ਨੇ ਜਿਹੜੇ ਉਹ ਸ਼ਬਦ use ਅੱਛਾ, ਕਰਦੇ ਮੈਂ ਉਹ ਸਾਖੀਕਾਰ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਸੀ, ਜਿਹੜੀ ਮੈਂ ਕਿਤਾਬ ਦਾ ਜ਼ਿਕਰ ਕਰ ਰਿਹਾ ਬਾਰ-ਬਾਰ, ਮੈਨੂੰ ਬੜਾ ਇੰਪ੍ਰੈਸ ਕੀਤਾ ਉਹ ਕਿਤਾਬ ਨੇ। ਉਹਦੇ ਵਿੱਚ ਸਾਖੀਕਾਰ ਜਿਹੜਾ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਨਾ, ਉਹਨੂੰ ਉਧਾਰ ਬਣਾ ਕੇ ਸਾਰਾ ਕੁਝ ਲਿਖਦੇ ਆ ਉਹ। ਭਾਈ ਬਾਲੇ ਵਾਲੀ ਸਾਖੀ ਉਹ ਦੇਖੋ ਇਤਿਹਾਸਕਾਰਾਂ ਦੇ ਅਨੁਸਾਰ ਤਾਂ ਵੀ ਆਪਾਂ ਗੁਰੂ ਨਾਨਕ ਦੇਵ ਦੇ ਉਦਾਸੀਆਂ ਤੇ ਜਾਣ ਦਾ ਪੜ੍ਹਦੇ ਹਾਂ ਜ਼ਿਕਰ, ਸਾਰਾ ਪੜ੍ਹਦੇ ਭਾਈ ਮਰਦਾਨਾ ਦੇ ਨਾਲ ਬਾਲੇ ਦਾ ਤੇ ਨਾਂ ਨਹੀਂ ਆਉਂਦਾ ਹੈਗਾ ਹਨਾ। ਬਈ ਬਾਲੇ ਨੂੰ ਫਿਰ ਸੰਧੂ ਜੱਟ ਕਰਕੇ ਲਿਖਿਆ ਹੋਇਆ ਹੈ। ਇਹ ਪਤਾ ਨਹੀਂ ਪਿੱਛੋਂ ਇਹ ਕਿੱਥੋਂ ਗੱਲ ਬਣੀ, ਕਿਵੇਂ ਇਹ ਸਾਖੀ ਆਈ, ਤੇ ਉਹਦੇ ਵਿੱਚ ਇੰਨਾ ਕੁਝ ਫਜ਼ੂਲ ਹੈ, ਉਹਦੇ ਵਿੱਚ ਇੰਨਾ ਕੁਝ ਗਲਤ ਹੈ ਵੀ ਤੁਸੀਂ ਉਹਨੂੰ ਉਹ ਸਾਰੀਆਂ ਗੱਲਾਂ ਜਿਹੜੀਆਂ ਉੱਥੇ ਲਿਖੀਆਂ ਹੋਈਆਂ ਨੇ ਗੁਰੂ ਨਾਨਕ ਦੇ ਨਾਂ ਨਾਲ ਕਿਵੇਂ ਜੋੜੋਗੇ ਤੁਸੀਂ? ਸਿੱਖ ਤੁਸੀਂ ਜਿਹੜੇ ਲੋਕਾਂ ਦਾ ਦਿਮਾਗ 'ਚ ਚਾਨਣ ਹੁੰਦਾ ਉਹਨਾਂ ਨੂੰ ਲੋਕੀ ਬਰਾਬਰ ਬੜੀ ਛੇਤੀ ਕਰ ਦਿੰਦੇ ਆ। ਖੁਸ਼ਵੰਤ ਸਿੰਘ ਦੀ ਤੁਸੀਂ ਕਿਤਾਬ ਪੜ੍ਹੋ ਨਾ, ਸਿੱਖ ਇਤਿਹਾਸ, ਹਾਂਜੀ ਹਾਂ, ਮੈਂ ਉਹਦਾ ਦੂਜਾ ਵਾਲਾ ਪੜਿਆ ਅੱਜ ਕੱਲ। ਹਾਂਜੀ, ਉਹਨਾਂ ਨੇ ਹਾਲਾਂ ਖੁਸ਼ਵੰਤ ਸਿੰਘ ਖੁਦ ਆਪਣੇ ਆਪ ਨੂੰ ਸਿੱਖ ਵੀ ਨਹੀਂ ਸੀ, ਹਾਂ ਬਸ ਮੇਰੀ ਆਇਡੈਂਟੀਟੀ ਹੈ, ਮੇਰਾ ਫੇਥ ਨਹੀਂ ਹੈਗਾ। ਹਾਂਜੀ, ਪਰ ਉਹਨੇ ਜਿਸ ਤਰੀਕੇ ਨਾਲ ਜਿੱਦਾਂ ਇਹ ਜੱਟਵਾਦ ਦੀ ਗੱਲ ਆਉਂਦੀ ਹੈ ਨਾ, ਹਾਂਜੀ ਹਾਂਜੀ, ਉਹ ਕਹਿੰਦਾ ਹੈ ਕਿ ਜਿਹੜਾ ਜੱਟ ਸਿੱਖ ਧਰਮ ਤੇ ਜੱਟਾਂ ਦਾ ਜਿਹੜਾ ਬੋਲਬਾਲਾ ਉਹ ਕਿੱਦਾਂ ਹੋਇਆ, ਉਹਦਾ ਬੜਾ ਸੋਹਣਾ ਪ੍ਰਸੰਗ ਲਿਖਦਾ ਉਹ ਕਹਾਣੀ ਵੀ ਗੁਰੂ ਸਾਹਿਬਾਂ ਚੋਂ ਇੱਕ ਵੀ ਜੱਟ ਨਹੀਂ ਸੀ ਹਨਾ, ਪਰ ਸਭ ਤੋਂ ਜ਼ਿਆਦਾ ਫਾਲੋਅਰ ਉਹਨੇ ਜੱਟ ਬਣੇ। ਉਹਦੇ ਪਿੱਛੇ ਉਹਦੀ ਵਜ੍ਹਾ ਦੱਸਦਾ ਹੈ ਉਹ ਕਿ ਇਹ ਹੈ ਨਾ, ਹਾਂ ਇਸ ਐਂਗਲ ਤੋਂ ਚੀਜ਼ ਨੂੰ ਸਮਝਣਾ। ਦੇਖੋ ਇਹ ਖੁਸ਼ਵੰਤ ਸਿੰਘ ਦਾ ਵੀ ਤੁਸੀਂ ਸ਼ਾਇਦ ਸਤਨਾਮ ਚਾਨਣਾ ਦੀ ਕਿਤਾਬ ਪੜ੍ਹੀ ਹੋਵੇ ਹੈ ਨਾ, ਸਤਨਾਮ ਚਾਨਣਾ ਦੀ ਹੀ ਇਜ਼ ਸਟਿਲ ਮਤਲਬ ਵਰਕਿੰਗ, ਤੇ ਉਹ ਕਿਤਾਬ ਦਾ ਮੈਨੂੰ ਸਿੱਖ ਕਾਨੂੰਨ ਦਾ ਇਨਕਲਾਬੀ ਏਜੰਡਾ ਸਮਥਿੰਗ ਲਾਈਕ ਦੈਟ, ਮੈਨੂੰ ਨਾਮ ਭੁੱਲ ਗਿਆ, ਪਰ ਮੈਂ ਕਿਤਾਬ A to Z ਪੜ੍ਹੀ ਹੈ ਸਾਰੀ। ਹੁਣ ਜਿਵੇਂ ਬੰਦਾ ਬਹਾਦਰ ਨੂੰ ਉਹਨੇ ਐਕਸਪਲੇਨ ਕੀਤਾ ਹੋਇਆ, ਮੈਨੂੰ ਨਹੀਂ ਲੱਗਦਾ ਕਿਸੇ ਸਿੱਖ ਇਤਿਹਾਸਕਾਰ ਨੇ ਇਸ ਢੰਗ ਨਾਲ ਬਾਬਾ ਬੰਦਾ ਬਹਾਦਰ ਨੂੰ ਉਹਨੇ ਕੀਤਾ ਹੋਇਆ। ਉਹ ਵੀ ਕਹਿੰਦਾ ਵੀ ਸਿੱਖ ਗੁਰੂਆਂ ਦੇ ਰੂਪ ਦੇ ਵਿੱਚ ਵੀ ਜਿਹੜੀ ਇਹ ਖਿੱਤਾ ਸੀ ਨਾ ਪੰਜਾਬ ਦਾ, ਇੱਥੋਂ ਦੇ ਲੋਕ ਖਾਸ ਲੋਕ ਨੇ ਉਹ, ਜਿਵੇਂ ਇਨਵੇਡਰਸ ਵੀ ਆਉਂਦੇ ਰਹੇ, ਮਤਲਬ ਕਮਿਊਨਿਟੀਜ਼ ਜਿਹੜੀਆਂ ਵੱਖਰੀਆਂ ਵੱਖਰੇ ਭਾਈਚਾਰੇ ਨੇ ਇੱਥੇ ਦੇ, ਪਰ ਇਹਨਾਂ ਨੂੰ ਸਿੱਖ ਗੁਰੂਆਂ ਦੇ ਰੂਪ ਦੇ ਵਿੱਚ ਇੱਕ ਗਾਈਡੈਂਸ ਮਿਲੀ ਹੈ ਨਾ, ਇੱਕ ਉਹਨਾਂ ਨੂੰ ਇੱਕ ਸਮਝ ਲਓ ਵੀ ਸੈਂਟਰਲ ਪਲੇਸ ਮਿਲ ਗਈ ਜਿਹੜੀ ਉਹਨਾਂ ਨੂੰ ਇਕੱਠਿਆਂ ਕਰ ਸਕਦੀ ਸੀ, ਤੇ ਉਹਨਾਂ ਦੀਆਂ ਜਿਹੜੀਆਂ ਮਾਈਂਡ ਸੈਟ ਕਹਿ ਲਓ ਜਾਂ ਉਹਨਾਂ ਦਾ ਜਿਹੜਾ ਹੈਗਾ ਜੁਝਾਰੂ ਦਿੱਤੀ ਹੈ ਉਹਨਾਂ ਦੀ, ਉਹਨੂੰ ਇੱਕ ਸੇਧ ਮਿਲ ਗਈ, ਚੈਨਲਾਈਜ਼ ਕਰਤਾ, ਹਾਂ ਚੈਨਲਾਈਜ਼ ਕਰਤਾ ਗੁਰੂ ਸਾਹਿਬਾਨ ਨੇ ਹਨਾ। ਵੀ ਇਹ ਵੀ ਦੇਖੋ ਡਾਕਟਰ ਸਾਹਿਬ ਕੁਦਰਤੀ ਕਿੱਡੀ ਵੱਡੀ ਖੇਡ ਹੈ, ਕਹਿ ਸਕਦੇ ਜੀ ਨਹੀਂ ਜੀ ਸਤਨਾਮ ਚਾਨਣਾ ਤਾਂ ਕਾਮਰੇਡ ਹੈ, ਉਹਨੂੰ ਤਾਂ ਬੱਚੀ ਕਹਿ ਸਕਦੇ, ਉਹਦੇ ਵਰਗੀ ਇੰਟਰਪ੍ਰੀਟੇਸ਼ਨ ਮੈਂ ਹੁਣ ਤੱਕ ਬਾਬਾ ਬੰਦਾ ਬਹਾਦਰ ਬਾਰੇ ਨਹੀਂ ਪੜ੍ਹੀ ਹੈਗੀ ਜਿਸ ਨੂੰ ਕਹਿੰਦੀ ਹੈ। ਅੱਛਾ ਡਾਕਟਰ ਸਾਹਿਬ ਸੁਣਨਾ ਮੈਂ ਤੁਹਾਡੇ ਕੋਲ, ਪਰ ਮੈਨੂੰ ਬਾਰ-ਬਾਰ ਰੈਫਰੈਂਸ ਯਾਦ ਆ ਰਿਹਾ, ਜਦੋਂ ਬਾਬਰ ਦਾ ਹਮਲਾ ਹੁੰਦਾ ਤੇ ਆਪਾਂ ਰੈਫਰੈਂਸ ਗੱਲ ਕਰ ਰਹੇ ਸੀ ਕਿ ਗੁਰੂ ਸਾਹਿਬ ਨੇ ਉਹਦਾ ਕਿੰਨਾ ਮਤਲਬ ਵਿਰੋਧ ਕੀਤਾ ਤੇ ਉਹਨੂੰ ਕਿਸ ਤਰੀਕੇ ਨਾਲ ਐਕਸਪਲੇਨ ਕੀਤਾ। ਦੂਜੇ ਪਾਸੇ ਬਾਲੇ ਵਾਲੀ ਜਨਮ ਸਾਖੀ ਦੇ ਬਕਾਇਦਾ ਪੰਨਾ ਨੰਬਰ ਲਿਖ ਕੇ ਉਹਦੇ ਉੱਪਰ ਸ਼ੁਰੂ ਕਰਦੇ ਆ ਵੀ ਉਹਦੇ ਤਬ ਬਾਬਾ ਬਟਾਲੇ ਭਇਓ, ਇਸ ਤਰ੍ਹਾਂ ਜਿੱਦਾਂ ਲਿਖੀ ਬਾਬਾ ਉਸ ਵੇਲੇ ਉਸ ਤਰ੍ਹਾਂ ਦੀ ਲੈਂਗੁਏਜ ਸੀਗੀ, ਤੇ ਉਹ ਪੰਨਾ ਨੰਬਰ ਬਾਲੇ ਵਾਲੀ ਸਾਖੀ ਉਹਦਾ ਪਹਿਰਾ ਸਾਰੀ ਚੀਜ਼ ਡਿਟੇਲ ਪਹਿਲਾਂ ਦਿੰਦਾ, ਫਿਰ ਉਹਦੀ ਵਿਆਖਿਆ ਕਰਦਾ ਹੈ ਲੇਖ। ਤੇ ਉਹਦੇ ਵਿੱਚ ਕੀ ਦੱਸਿਆ ਗਿਆ ਕਿ ਜਦੋਂ ਬਾਬਰ ਨੇ ਹਮਲਾ ਕੀਤਾ ਤੇ ਗੁਰੂ ਸਾਹਿਬ ਬਟਾਲੇ ਪਹੁੰਚ ਗਏ, ਉਹਨਾਂ ਨਾਲ 5-6 ਹੋਰ ਸਾਧੂ ਸੀ ਭੁੱਖੇ, ਉੱਥੇ ਇੱਕ ਪਠਾਣਾ ਦੇ ਘਰ ਵਿਆਹ ਹੁੰਦਾ ਸੀ, ਤੇ ਜਾ ਕੇ ਸਵਾਲ ਪਾਤਾ ਵੀ ਸਾਨੂੰ ਰੋਟੀ ਖਵਾਓ, ਦੱਸੋ ਹਾਂਜੀ। ਤੇ ਉਹ ਸਾਖੀਕਾਰ ਨੂੰ ਕਹਿੰਦਾ ਵੀ ਇੱਕ ਗੁਰੂ ਦੀ ਫਿਲਾਸਫੀ ਕੀ ਆ ਕਿ ਪੀਰ ਸਦਾਏ ਮੰਗਣ ਜਾਏ ਵਾਲੀ ਉਤੋਂ ਕਿਨਾਰ ਕਰਦਾ ਕਿ ਤਾਂ ਕਿ ਮੂਲ ਨਾ ਲੱਗੀਏ ਪਾਏ, ਆਪ ਕਮਾਏ ਵੀ ਰੱਥੋਂ ਦੇ ਨਾਣਾ ਲਹਿਰਾਏ ਦੀ ਸਤੋਂ ਗੁਰੂ ਸਾਹਿਬ ਦੀ ਫਲਸਫਾ ਤੇ ਆ, ਤੇ ਉਹ ਗੁਰੂ ਸਾਹਿਬ ਨੂੰ ਇੱਕ ਮੰਗਤੇ ਰੂਪ ਪੇਸ਼ ਕਰ ਰਿਹਾ, ਬਿਲਕੁਲ ਗਲਤ ਕਰਦੇ ਹੋ ਨਾ। ਦੇਖੋ ਮੈਂ ਤਾਂ ਇਹ ਵੀ ਕਹਿੰਦੀ ਭਾਵੇਂ ਮਿਹਰਬਾਨ ਹੈ ਨਾ ਗੁਰੂ ਵੰਸ਼ ਦੇ ਵਿੱਚ ਹੀ ਉਹ ਜਾਂ ਕੋਈ ਵੀ ਹੋਰ ਸਾਖੀਕਾਰ ਨੇ, ਬਹੁਤੇ ਸਾਖੀਕਾਰ ਉਹ ਨੇ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ, ਜਿਨ੍ਹਾਂ ਨੂੰ ਗੱਦੀਆਂ ਨਹੀਂ ਸੀ ਮਿਲੀਆਂ, ਮਤਲਬ ਹੈ ਨਾ ਗੁਰਗੱਦੀ ਨਹੀਂ ਸੀ ਮਿਲੀ, ਤੇ ਇਸ ਕਰਕੇ ਇਹ ਸਾਖੀਆਂ ਦੇ ਵਿੱਚ ਸਾਰਾ ਕੁਝ ਆਥੈਂਟਿਕ ਨਹੀਂ ਹੋ ਸਕਿਆ। ਫਿਲਾਸਫੀ ਦੇ ਉਲਟ ਹੈ ਸਿੱਖ ਫਿਲਾਸਫੀ। ਉਹ ਅੱਗੇ ਚੱਲ ਕੇ ਉਹ ਕਹਿੰਦਾ ਡਾਕਟਰ ਮੈਂ ਪੂਰੀ ਕਰਨਾ ਗੱਲ ਕਿ ਉਹ ਜਦੋਂ ਪਠਾਣਾ ਦੇ ਘਰ ਜਾ ਕੇ ਸਵਾਲ ਕੀਤਾ ਕਿ ਸਾਧੂ ਨੇ ਮੇਰੇ ਨਾਲ ਭੁੱਖੇ ਤੇ ਰੋਟੀ ਖਵਾਓ, ਤੇ ਪਠਾਣਾ ਕਹਿੰਦਾ ਜੇ ਬਰਾਤ ਨੂੰ ਰੋਟੀ ਖਾਧੀ ਨਹੀਂ, ਮੇਲ ਨੇ ਤੇ ਖਾਧੀ ਨਹੀਂ, ਤੁਹਾਨੂੰ ਪਹਿਲਾਂ ਨਾ ਦੇ ਦਈਏ ਜਿੱਦਾਂ ਮੰਗਤੇ ਨੂੰ ਕਹੀਦਾ, ਉਹਨਾਂ ਦਰਕਾਰ ਦਿੱਤਾ ਜੀ। ਤੇ ਗੁਰੂ ਸਾਹਿਬ ਨੂੰ ਗੁੱਸਾ ਚੜਿਆ ਤੇ ਉਹਨਾਂ ਨੇ ਸਰਾਪ ਦੇ ਦਿੱਤਾ ਕਿ ਬਾਬਰ ਹਮਲਾ ਕਰੂਗਾ ਤੁਹਾਡਾ ਰਹਿਣਾ ਕੱਖ ਨਹੀਂਗਾ ਜੀ। ਤੇ ਉਹ ਗੁਰੂ ਸਾਹਿਬ ਨੂੰ ਸਰਾਪ ਦੇ ਕੇ ਤੇ ਤੁਰ ਗਏ ਚੜ੍ਹਦੇ ਨੂੰ ਨੌਰਥ ਨੂੰ, ਜਿੱਦਾਂ ਵਿੱਚ ਲਿਖਿਆ। ਤੇ ਇੱਕ ਬਾਹਮਣ ਨੂੰ ਪਤਾ ਲੱਗਿਆ ਵੀ ਗੁਰੂ ਇੱਕ ਬੜਾ ਪਹੁੰਚਿਆ ਫਕੀਰ ਆਇਆ ਸੀ, ਉਹਨੇ ਤੇ ਏਦਾਂ ਸਰਾਪ ਦੇ ਦਿੱਤਾ।
ਉਹ ਆਪਣੇ ਪਰਿਵਾਰ ਨੂੰ ਲੈ ਕੇ ਇੱਕ ਚੰਗੇਰ ਭਰ ਕੇ ਮੇਵਿਆਂ ਦੀ ਤੇ ਮਗਰ ਚੱਲ ਗਿਆ ਤੇ ਜਾ ਕੇ ਲੱਭ ਲਿਆ ਗੁਰੂ ਸਾਹਿਬ ਨੂੰ। ਉਹਨਾਂ ਦੇ ਅੱਗੇ ਰੱਖੀ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਜੀ ਤੁਸੀਂ ਏਡਾ ਵੱਡਾ ਸ਼ਰਾਪ ਕਿਉਂ ਦੇਤਾ? ਗਲਤੀ ਤੇ ਇੱਕ ਘਰ ਦੀ ਆ, ਇੱਕ ਖਾਨਾ ਦੀ ਗਲਤੀ ਆ ਉਹਨਾਂ ਦੀ, ਤੇ ਤੁਸੀਂ ਸਾਰੇ ਬਟਾਲੇ ਨੂੰ ਸਾਰੇ ਹਿੰਦੁਸਤਾਨ ਨੂੰ ਸ਼ਰਾਪ ਦੇਤਾ। ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ ਆ ਕਿ ਤੂੰ ਆਪਣੇ ਪਰਿਵਾਰ ਨੂੰ ਲੈ ਕੇ 12 ਕੋ ਦੱਖਣ ਵੱਲ ਨੂੰ ਚੱਲ ਜਾ, ਤੇਰਾ ਪਰਿਵਾਰ ਬਚ ਜਾਊਗਾ। ਮਤਲਬ ਗੁਰੂ ਸਾਹਿਬ ਨੂੰ ਕਿੰਨਾ ਰਿਸ਼ਵਤ ਖੋਰ ਤੇ ਕੀ ਦਿਖਾ ਰਿਹਾ ਹੋ ਗਏ ਮੇਰਾ ਦੀ। ਵੇਖੋ ਪਹਿਲੀ ਗੱਲ ਤਾਂ ਇਹ ਹੈ, ਜਿਹੜਾ ਇਤਿਹਾਸਕ ਤੌਰ ਤੇ ਆਪਾਂ ਪੜ੍ਹਦੇ ਹਾਂ, ਜਿੱਥੋਂ ਤੱਕ ਮੇਰਾ ਖਿਆਲ ਹੈ, ਜਦੋਂ ਬਾਬਰ ਨੇ ਹਮਲਾ ਕੀਤਾ ਗੁਰੂ ਸਾਹਿਬ ਏਮਨਾਬਾਦ ਚ ਸੀਗੇ, ਉਹ ਬਟਾਲੇ ਤੋਂ ਲੈ ਕੇ ਆਉਂਦਾ ਉਹ ਏਮਨਾਬਾਦ ਚ ਸੀਗੇ। ਤੇ ਦੂਸਰੀ ਗੱਲ ਇਦਾਂ ਕਿਸੇ ਦੇ ਘਰ ਜਾ ਕੇ ਲੋਕ ਗੁਰੂ ਨਾਨਕ ਦੇਵ ਤਾਂ ਉਹਨਾਂ ਨੂੰ ਜੇ ਭਾਈ ਲਾ ਲਿਆ ਚਾਹੇ ਕੋਈ ਵੀ ਸ਼ਰਧਾ ਨਾਲ ਪ੍ਰਸ਼ਾਦਾ ਛਕਾਉਂਦੀ ਸੀ। ਉਹ ਜਦ ਮਲਕ ਭਾਗੋ ਦੇ ਉਹਨੇ ਭੋਜਨ ਨਹੀਂ ਛਕਣ ਗਏ ਹੈਗੇ, ਜਿਹੜਾ ਉਹਨੇ ਐਡਾ ਵੱਡਾ ਭੋਜ ਦਿੱਤਾ ਸੀ, ਉਹ ਕਿਸੇ ਦੇ ਬਰਾਤ ਵਾਲੇ ਘਰ ਦੇ ਵਿੱਚ ਕਿੱਥੋਂ ਪ੍ਰਸ਼ਾਦਾ ਛਕਣ ਚਲੇ ਗਏ ਹਨ। ਇਹ ਸਾਰੀਆਂ ਜਿਹੜੀਆਂ ਇਹ ਮਤਲਬ ਉਲਟ ਫਿਲਾਸਫੀ ਆ, ਉਹਨਾਂ ਦੀ ਸ਼ਖਸੀਅਤ ਨੂੰ ਨਿੰਦਣ ਵਾਲੀ ਫਿਲਾਸਫੀ ਆ। ਫਿਲਾਸਫੀ ਆ ਜੀ ਇਹ ਗੱਲ ਮੈਨੂੰ ਫਿਰ ਡਾਕਟਰ JS ਗਰੇਵਾਲ ਦੀ ਇਹ ਗੱਲ ਬਹੁਤ ਵਧੀਆ ਲੱਗਦੀ ਹੈਗੀ ਆ, ਇਹ ਵੀ ਜਿੰਨੇ ਵੀ ਤੁਹਾਡੇ ਹੈਗੇ ਨੇ ਸੈਕੰਡਰੀ ਸੋਰਸਸ ਨੇ, ਚਾਹੇ ਉਹ ਸੂਰਜ ਪ੍ਰਕਾਸ਼ ਹੈ, ਚਾਹੇ ਉਹ ਆਪਣਾ ਮਤਲਬ ਤਵਾਰੀਖ ਗੁਰੂ ਖਾਲਸਾ ਕੋਈ ਵੀ ਹੈ, ਇਹਨਾਂ ਨੂੰ ਤੁਸੀਂ ਕਿਉਂਕਿ ਸਾਨੂੰ ਕ੍ਰਾਈਟੇਰੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੱਤਾ ਹੋਇਆ ਗੁਰੂ ਸਾਹਿਬ ਨੇ, ਉਹਦੀ ਲੋੜ ਦੇ ਵਿੱਚ ਹੀ ਜਿਹੜਾ ਇਹ ਸੈਕੰਡਰੀ ਲਿਟਰੇਚਰ ਹੈ ਇਹਨੂੰ ਛਾਣਿਆ ਜਾਣਾ ਚਾਹੀਦਾ ਹੈਗਾ। ਸਿੱਖ ਆਪਣੇ ਬਾਰੇ ਆਪ ਤਾਂ ਕੁਝ ਲਿਖਦੇ ਨਹੀਂ ਹੈ, ਆਪਾਂ ਨਾ ਇਹ ਸਾਡੀ ਸਾਹਿਬ ਦੇ ਰੱਖੋ ਇੱਥੇ ਕੇਸਰ ਕਰਾਂਗੇ। ਵੈਸੇ ਹੁਣ ਅੱਜ ਪ੍ਰਸੰਗ ਦੇ ਵਿੱਚ ਗੱਲ ਆ ਗਈ, ਫਿਰ ਮੈਂ ਗੱਲ ਪੂਰੀ ਕਰ ਰਹਾ। ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਤੂੰ 12 ਕੋ ਇੱਧਰ ਨੂੰ ਚੱਲ ਜਾ, ਤੇਰਾ ਪਰਿਵਾਰ ਬਚ ਜਾਊਗਾ। ਤੇ ਫਿਰ ਉਹਨੇ ਫਿਰ ਵੀ ਬੇਨਤੀ ਕੀਤੀ ਕਿ ਬਾਕੀ ਦੁਨੀਆ ਦਾ ਕੀ ਕਸੂਰ ਹੈ। ਗੁਰੂ ਸਾਹਿਬ ਨੂੰ ਕਿਹਾ ਵੀ ਤੁਸੀਂ ਉਹਨਾਂ ਦੀ ਗਲਤੀ ਹੈ, ਸਾਰਿਆਂ ਨੂੰ ਸਜ਼ਾ ਕਿਉਂ ਦਿੱਤੀ? ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ ਆ ਕਿ ਜਦੋਂ ਅਸੀਂ ਕੀੜਿਆਂ ਦੀ ਭੌਣ ਤੇ ਬੈਠਨੇ ਆ ਤੇ ਇੱਕ ਕੀੜੀ ਲੜਦੀ ਹੈ ਤੇ ਆਪਾਂ ਸਾਰੀਆਂ ਮਸਲ ਦਿੰਨੇ ਆ। ਦੇਖੋ ਕਿੰਨਾ ਕਰੋੜ ਬਹੁਤ ਨਹੀਂ, ਸਿਰਫ ਕਰੋੜ ਨਹੀਂ, ਇਹ ਗੁਰੂ ਸਿਧਾਂਤ ਦੇ ਬਹੁਤ ਖਿਲਾਫ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਵਿੱਚ ਤੁਸੀਂ ਕਿਤੇ ਵਰਤੇ ਸ਼ਰਾਪ ਵਰਗੀ ਗੱਲ ਨਹੀਂ ਦੇਖੋਗੇ ਵੀ ਜਿਹੜੀ ਇਸ ਕਿਸਮ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੋਈ ਹੈ ਨਾ। ਉੱਥੇ ਤਾਂ ਉਹ ਕਹਿੰਦੇ ਆਪਣੇ ਆਪ ਨੂੰ ਬਖਸ਼ਾਉਣ ਦੇ ਲਈ ਵੀ ਤੁਹਾਨੂੰ ਉਸ ਵਾਹਿਗੁਰੂ ਦੀ ਮਿਹਰ ਦਾ ਪਾਤਰ ਬਣਨਾ ਪੈਣਾ ਹੈ ਨਾ, ਉਹਦੇ ਸਬਮਿਟ ਕਰਨਾ ਪੈਣਾ। ਉਹ ਸਬਮਿਟ ਤਾਂ ਹੋਣਾ ਜੇ ਤੁਸੀਂ ਆਪਣੇ ਮਨ ਦੀ ਹਉਮੈ ਤਿਆਗ ਕੇ ਤਾਂ ਹੋ ਕਰਨੀ। ਤੇ ਇਹ ਜਿਹੜੇ ਹੈਗੇ ਨੇ ਜਦੋਂ ਉੱਥੇ ਵੇਦਾਂ ਦੀ ਗੱਲ ਕਰਦੇ ਆ ਹੈਨਾ, ਜਾਂ ਇਹਨਾਂ ਦੇ ਵਿਸ਼ਨੂੰ ਦੇ ਅਵਤਾਰਾਂ ਦੀ ਗੱਲ ਕਰਦੇ ਆ, ਤੇ ਉੱਥੇ ਗੁਰੂ ਸਾਹਿਬ ਦਾ ਸਪਸ਼ਟ ਕਰਦੇ ਨੇ ਹਮੇਸ਼ਾ ਵਰਤੇ ਸ਼ਰਾਬ ਦੇ ਵਿੱਚ ਤੇ ਮਤਲਬ ਕਰਮਾਂ ਦੀ ਗੱਲ ਕਰਦੇ ਰਹੇ ਹੈ ਨਾ, ਦੁਨੀਆ ਤੇ ਜਾਣ ਤੇ ਆਉਣ ਦੀ ਵੀ ਫਲ ਭੋਗਣ ਲਈ ਆਉਣ ਦੀ ਇਹਦੀ ਵੀ ਗੱਲ ਕਰਦੇ ਰਹੇ। ਉਹਨਾਂ ਨੇ ਚੱਕਰ ਚੋਂ ਤਾਂ ਮਨੁੱਖ ਨੂੰ ਕੱਢਿਆ ਹੀ ਨਹੀਂ ਹੈਗਾ। ਪਰ ਜੋੜ ਦਿੱਤਾ ਜਾਂਦਾ ਨਾ। ਹੁਣ ਗੋਇੰਦਵਾਲ ਸਾਹਿਬ ਹੋਇਆ ਬਹੁਤ 84 ਪੌੜੀਆਂ ਵਾਲਾ ਦਾ ਕਨਸੈਪਟ ਜਿਹੜਾ ਜੋੜਤਾ, ਲੋਕ ਜਾਂਦੇ ਆ ਬੜੇ ਪੜ੍ਹੇ ਲਿਖੇ। ਮੈਂ ਤੁਹਾਡੇ ਬੜੇ ਵਿਦਵਾਨ ਮੇਰੇ ਰਿਸ਼ਤੇਦਾਰ ਨੇ ਪ੍ਰੋਫੈਸਰ ਸਾਹਿਬ, ਉਹ ਵੀ ਜਾਂਦੇ ਹੁੰਦੇ ਸੀ 84 ਕੱਟਣ। ਉੱਥੇ ਜਾ ਕੇ ਇੱਕ ਪੌੜੀ ਤੇ ਇੱਕ ਪਾਠ ਕਰਕੇ ਫਿਰ ਦੂਜੀ ਫਿਰ ਵੀ ਲਾ ਕੇ ਆਉਣੇ, ਫਿਰ ਉੱਪਰ ਚੜ ਕੇ ਦੂਜੀ ਪੌੜੀ ਤੇ ਪਾਠ ਕਰਨਾ। 84 ਇਹ ਕੱਟੀ ਜਾਂਦੀ ਹੋਵੇ। ਮਤਲਬ ਨਾ ਮਕਸਦ ਨਹੀਂ ਸਮਝਦੇ ਕਿ ਗੁਰੂ ਸਾਹਿਬਾਨ ਦਾ ਮਕਸਦ ਕੀ ਸੀ। ਗੁਰੂ ਨਾਨਕ ਸਾਹਿਬ ਨੇ ਜੇ ਕਰਤਾਰਪੁਰ ਜਾ ਕੇ ਖੇਤੀ ਕੀਤੀ, ਉਹਨਾਂ ਨੇ ਇਹ ਦੱਸਿਆ ਵੀ ਬੰਦੇ ਨੇ ਮਤਲਬ ਕਿਰਤ ਕਰਕੇ ਖਾਣਾ ਹੈ ਨਾ, ਤੇ ਉਹਨੂੰ ਵੰਡ ਕੇ ਛਕਣਾ ਤੇ ਨਾਲ ਨਾਲ ਨਾਮ ਜਪਣਾ। ਜੇ ਗੁਰੂ ਅੰਗਦ ਦੇਵ ਨੇ ਆਪਣਾ ਇਹਦੇ ਨਾਲ ਕੀ ਕਹਿੰਦੇ ਨੇ ਗੁਰਬਾਣੀ ਦੇ ਪ੍ਰਚਾਰ ਦੇ ਨਾਲ ਖੇਡਾਂ ਦਾ ਜਾਂ ਉੱਥੇ ਹੈ ਨਾ ਸਰੀਰ ਨੂੰ ਤੰਦਰੁਸਤ ਰੱਖਣ ਦਾ ਸਾਰਾ ਉੱਥੇ ਖਡੂਰ ਸਾਹਿਬ ਦੇ ਵਿੱਚ ਪ੍ਰਪੇਅਰ ਕੀਤਾ, ਤੇ ਲੰਗਰ ਮਾਤਾ ਖੀਰੀ ਚਲਾਉਂਦੇ ਸੀ, ਸ਼ੁਰੂ ਹੋ ਚੁੱਕਿਆ ਸੀ। ਗੁਰੂ ਅਮਰਦਾਸ ਨੇ ਨਾ ਸਿਰਫ ਲੰਗਰ ਦੀ ਪਰੰਪਰਾ ਪੂਰੀ ਤਰ੍ਹਾਂ ਨੂੰ ਉਹਨੂੰ ਚੈਨਲਾਈਜ਼ ਕੀਤਾ ਜਾਂ ਸਿਸਟਮੈਟਿਕ ਕੀਤਾ, ਤੇ ਉਹਨਾਂ ਨੇ ਹੁਕਮ ਹੀ ਕਰਤਾ ਕਿ ਪਹਿਲਾਂ ਤੁਸੀਂ ਮੰਦਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕੋਗੇ, ਫਿਰ ਤੁਸੀਂ ਹਾਲਾਂਕਿ ਪ੍ਰਥਾ ਤੇ ਮੇਰੇ ਖਿਆਲ ਗੁਰੂ ਸਾਹਿਬ ਨੇ ਧਰਮਸਾਲ ਦਾ ਜਦੋਂ ਕਨਸੈਪਟ ਦਿੱਤਾ ਗੁਰੂ ਨਾਨਕ ਕਰਤਾਰਪੁਰ ਸਾਹਿਬ ਤੋਂ ਸ਼ੁਰੂ ਹੋ ਗਿਆ ਸੀ ਕਨਸੈਪਟ ਹੈ ਨਾ। ਤੇ ਉਹ ਪਰ ਉਹਨਾਂ ਨੇ ਸਿਸਟਮੈਟਾਈਜ਼ਡ ਹੁੰਦਾ ਗਿਆ ਜੋ ਹਰ ਗੁਰੂ ਨੇ ਆਪਣੀ ਕੰਟਰੀਬਿਊਸ਼ਨ ਕੀਤੀ। ਹੁਣ ਗੁਰੂ ਅਮਰਦਾਸ ਦੇ ਵੇਲੇ ਨਾ ਸਿਰਫ ਇਹ ਕੀਤਾ ਕਿ ਪਹਿਲਾਂ ਤੁਸੀਂ ਪੰਗਤ ਵਿੱਚ ਜਾਓਗੇ, ਪ੍ਰਸ਼ਾਦਾ ਛਕੋਗੇ, ਫਿਰ ਆ ਕੇ ਸੰਗਤ ਵਿੱਚ ਦਰਸ਼ਨ ਕਰੋਗੇ। ਉਹਨਾਂ ਨੇ ਬੀਬੀਆਂ ਨੂੰ ਵੀ ਕੀਤਾ, ਸਤੀ ਦੀ ਪ੍ਰਥਾ ਨੂੰ ਉਹਨਾਂ ਨੇ ਰਿਜੈਕਟ ਕੀਤਾ। ਬੀਬੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਦੇ ਦਰਸ਼ਨ ਜਦੋਂ ਆਉਣਾ ਕੋਈ ਬੀਬੀ ਪੱਲਾ ਕਰਕੇ ਨਹੀਂ ਆਊਗੀ। ਇਹਦਾ ਮਤਲਬ ਹੈ ਕਿ ਜਿਹੜਾ ਪਰਦੇ ਦਾ ਸਿਸਟਮ ਸੀ ਉਹ ਸਿੱਖ ਧਰਮ ਦੇ ਵਿੱਚ ਹਟਾਇਆ। ਬੌਲੀ ਉੱਥੇ ਕਿਉਂ ਤਿਆਰ ਕੀਤੀ? ਦੇਖੋ ਜਿਹੜਾ ਇਸ਼ਨਾਨ ਦਾ ਵੀ ਕਨਸੈਪਟ ਹੈ, ਰਸੋਈ
ਲੋਕ ਕਈ ਕਹਿ ਦਿੰਦੇ ਨੇ ਵੀ ਨਹੀਂ ਸਿੱਖ ਧਰਮ ਦੇ ਵਿੱਚ ਵੀ ਤਾਂ ਫਿਰ ਕਿੱਥੇ ਉਹ ਆਪਣਾ ਜਾਤ ਪਾਤ ਛੱਡੀ ਜਾਂਦੀ ਹੈ। ਸਭ ਤੋਂ ਵੱਧ ਸੋਚਣਾ ਜਿਹੜੀ ਜੇ ਆਪਾਂ ਪਹਿਲੇ ਸਿਸਟਮ ਨੂੰ ਦੇਖੀਏ, ਆਪਾਂ ਉਹਨੂੰ ਬ੍ਰਾਹਮਣਵਾਦ ਕਹਿ ਲਈਏ ਜਾਂ ਹਿੰਦੂ ਧਰਮ ਕਹਿ ਲਈਏ ਜਾਂ ਕੋਈ ਵੀ ਕਹਿ ਲਈਏ, ਜਿਹੜਾ ਸਾਡਾ ਪਹਿਲਾ ਸਿਸਟਮ ਹੈ ਉਹਦੇ ਵਿੱਚ ਸਭ ਤੋਂ ਸੁੱਚਣਾ ਜਿਹੜੀ ਉਹ ਰਸੋਈ ਦੀ ਤੇ ਇਸ਼ਨਾਨ ਦੀ ਮੰਨੀ ਜਾਂਦੀ ਹੈ। ਤੁਹਾਨੂੰ ਪਤਾ ਵੀ ਬਨਾਰਸ ਵੱਲ ਬਹੁਤ ਸਾਰੇ ਤੁਹਾਨੂੰ ਰੈਫਰੈਂਸ ਮਿਲ ਜਾਣਗੇ ਕਿ ਜਿਹੜੇ ਆਪਣੇ ਮਤਲਬ ਦਲਿਤ ਲੋਕ ਨੇ ਉਹ ਪਹਿਲੀ ਗੱਲ ਤਾਂ ਉੱਥੇ ਇਸ਼ਨਾਨ ਹੀ ਨਹੀਂ ਕਰ ਸਕਦੇ, ਜੇ ਕਰ ਸਕਦੇ ਨੇ ਕਿਹੜੀ ਸੈਪਰੇਟ ਪਲੇਸ ਦੇ ਉੱਤੇ ਕਰਨਗੇ। ਹੁਣ ਜਿਹੜਾ ਬੌਲੀ ਸਾਹਿਬ ਬਣਾਉਣਾ ਉਹਦਾ ਮਤਲਬ ਇਹ ਹੈ ਜੇ ਸੰਗਤ ਦੇ ਵਿੱਚ ਇਕੱਠਿਆਂ ਬੈਠਣਾ, ਸਾਰਿਆਂ ਨੇ ਬਿਨਾਂ ਪਰਦੇ ਤੋਂ ਬੀਬੀ ਨੇ ਬੈਠਣਾ, ਲੰਗਰ ਦੇ ਵਿੱਚ ਪੰਗਤ ਵਿੱਚ ਬੈਠ ਕੇ ਪਹਿਲਾਂ ਭੋਜਨ ਛਕ ਕੇ ਆਉਣਾ, ਤਾਂ ਉਹ ਜਿਹੜਾ ਬੌਲੀ ਬਣਾਉਣ ਦਾ, ਇਸ਼ਨਾਨ ਕਰਨ ਦਾ, ਪਾਣੀ ਪੀਣ ਦਾ ਉਹ ਇੱਕ ਸਾਧਨ ਹੈ ਇਸ਼ਨਾਨ ਕਰਨ ਦਾ। ਬੌਲੀ ਸਰੋਵਰ ਵੀ ਮੇਰੇ ਖਿਆਲ ਦਾ concept ਹੈ ਤੇ ਉਹ ਤਾਂ ਇਹ ਕਿ ਹਰ ਕਿਸਮ ਦੇ ਲੋਕ ਜਿਹੜੇ ਚਾਹੇ ਕਿਸੇ ਵੀ ਜਾਤ ਨੂੰ ਬਿਲੋਂਗ ਕਰਦੇ ਨੇ, ਕਿਸੇ ਧਰਮ ਨੂੰ ਕਰਦੇ, ਉਹ ਉੱਥੇ ਇਕੱਠੇ ਇਸ਼ਨਾਨ ਕਰਨ ਦਾ, ਇੱਕ ਥਾਂ ਦੇ ਉੱਤੇ ਇਸ਼ਨਾਨ ਕਰਨ ਦਾ ਉਹਨਾਂ ਨੂੰ ਆਗਿਆ ਇਹ ਮਿਲਦੀ ਹੋਈ ਹੈ। ਇਹ ਬਰਾਬਰੀ ਦਾ ਜਿਹੜਾ ਮਨੁੱਖ ਦੀ ਬਰਾਬਰੀ ਦਾ ਸਿਧਾਂਤ ਦਿੱਤਾ ਹੈ ਨਾ ਕਿ ਇਹਨੂੰ ਵੰਡਿਆ ਨਹੀਂ ਜਾ ਸਕਦਾ, ਨਾ ਜਾਤ ਦੇ ਨਾਂ ਤੇ, ਨਾ ਜਨਮ ਦੇ ਨਾਂ ਤੇ, ਨਾ ਧਰਮ ਦੇ ਨਾਂ ਤੇ ਨਾ ਮਤਲਬ ਇਸਤਰੀ ਜਾਂ ਪੁਰਸ਼ ਹੋਣ ਦੇ ਨਾਂ ਤੇ। ਉਹ ਸਾਰੀਆਂ ਇਹਨਾਂ ਚੀਜ਼ਾਂ ਨੂੰ ਬਿਲਡ ਕਰਨ ਦੇ ਵਿੱਚ ਜਿੰਨੀਆਂ ਇੰਸਟੀਟਿਊਸ਼ਨਸ ਸਿੱਖ ਧਰਮ ਦੀਆਂ ਬਣੀਆਂ ਨੇ, ਸੰਸਥਾਗਤ ਰੂਪ ਜਿਹੜਾ ਉਹਨੂੰ ਮਿਲਿਆ, ਉਹ ਤਾਂ ਸਾਰੇ ਉਹ ਜਿਹੜੇ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦਿੱਤੇ ਸੀ ਉਹਦੇ ਪ੍ਰਕਾਸ਼ਨ ਵਾਸਤੇ ਇਹ ਸਾਰੀਆਂ ਚੱਲ ਰਹੀਆਂ ਨੇ ਸੰਸਥਾਵਾਂ। ਮੈਂ ਬ੍ਰਾਹਮਣਵਾਦ ਦੀ ਸੁਚਮ ਜਿਹੜੀ ਕਹਿੰਦੇ ਆ ਉਹਨੂੰ ਤਾਂ ਗੁਰੂ ਸਾਹਿਬ ਨੇ ਆਸਾ ਦੀ ਵਾਰ ਚ ਵੀ ਕਿਹਾ ਆਏ ਬੈਠੇ ਕੁੜੀਆਂ, ਉਹ ਕਹਿੰਦੇ ਜਦ ਤੁਹਾਡਾ ਮਨ ਹੀ ਸੁੱਚਾ ਹੈਗਾ ਤੇ ਤੁਸੀਂ ਚੂੜੀ ਕਰਦੇ ਹੋ, ਹੱਥ ਧੋਣੇ, ਉਹਦੇ ਨਾਲ ਸੁਚਮ ਕਿੱਥੋਂ ਆਉਂਦੀ? ਬਹਿਣ ਜੋ ਪਿੰਡਾਂ ਚ ਸਹੀ ਨਾਨਕਾ ਜਨਮ ਨੂੰ ਵਸਿਆ। ਔਰ ਜਿਹੜੀਆਂ ਬਾਕੀ ਜਿਵੇਂ ਤੁਸੀਂ ਕਿਹਾ ਵਾ ਸਤੀ ਪ੍ਰਥਾ ਜਾਂ ਪਰਦਾ ਕਰਨ ਦੀ ਪ੍ਰਥਾ ਨੂੰ ਵੀ ਗੁਰੂ ਸਾਹਿਬ ਨੇ ਰੱਦ ਕੀਤਾ। ਇਸੇ ਤਰ੍ਹਾਂ ਜਿਸ ਤਰ੍ਹਾਂ ਪੁਰਾਣੀਆਂ ਸਾਡੀਆਂ ਪ੍ਰਥਾ ਚ ਸੂਤਕ ਵਾਲੀ ਪ੍ਰਥਾ ਸੀ, ਬਿਲਕੁਲ ਉਹ ਸਾਰੀਆਂ ਮੈਂ ਅੱਜ ਮੇਰਾ ਮਤਲਬ ਉਹ ਆਰਟੀਕਲ ਛਪਿਆ ਡਾਕਟਰ ਜਸਵੀਰ ਕੌਰ ਤੇ ਉਹਨੂੰ ਸ਼੍ਰੋਮਣੀ ਰਾਗੀ ਦਾ ਅਵਾਰਡ ਦਿੱਤਾ, ਪਹਿਲੀ ਵਾਰੀ ਕਿਸੇ ਬੀਬੀ ਨੂੰ ਮਿਲਿਆ ਆਪਣਾ ਭਾਸ਼ਾ ਵਿਭਾਗ ਪੰਜਾਬ ਵੱਲੋਂ। ਤੇ ਮੈਂ ਉਹਦੇ ਵਿੱਚ ਲਿਖਿਆ ਵੀ ਦੇਖੋ ਆਸਾ ਦੀ ਵਾਰ ਵਿੱਚ ਹਰ ਤਰ੍ਹਾਂ ਦਾ ਸੂਤਕ, ਚਾਹੇ ਉਹ ਜਨਮ ਦੇ ਨਾਲ ਰਿਲੇਟਡ ਹੈ ਨਾ, ਇਸਤਰੀ ਦੇ ਉਹਦੇ ਨਾਲ ਮਤਲਬ ਸਿਸਟਮ ਦੇ ਨਾਲ ਰਿਲੇਟਡ ਹੈ, ਤੇ ਉਹ ਸਾਰੇ ਤਰ੍ਹਾਂ ਦੇ ਸੂਤਕ ਨੂੰ ਗੁਰੂ ਨਾਨਕ ਸਾਹਿਬ ਨੇ ਤਾਂ ਰਿਜੈਕਟ ਕੀਤਾ। ਤੇ ਅਸੀਂ ਉੱਥੇ ਕਿਉਂ ਨਹੀਂ ਬੀਬੀਆਂ ਨੂੰ ਕੀਰਤਨ ਕਰਨ ਦਿੰਦੇ? ਹੈ ਨਾ, ਬਿਲਕੁਲ ਹਰ ਇੱਕ ਤਰ੍ਹਾਂ ਦੀ ਛੂਤ ਛਾਤ ਸੂਤਕ ਭਰਮ ਜਦੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਇੱਕ ਬੀਬੀ ਹੋਵੇ ਹਾਂ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਬਣ ਸਕਦੀ, ਪਰ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਰਤਨ ਨਹੀਂ ਕਰ ਸਕਦੀ। ਗੁਰੂ ਅਮਰਦਾਸ ਪਾਤਸ਼ਾਹ ਨੂੰ ਬੀਬੀ ਭਾਨੀ ਰੋਜ਼ ਆਪਣੇ ਹੱਥੀਂ ਇਸ਼ਨਾਨ ਕਰਾਉਂਦੇ ਆ, ਹੈ ਨਾ, ਉਹ ਲਿਵਿੰਗ ਗੁਰੂ ਦੀ ਤਾਂ ਸੇਵਾ ਕਰ ਸਕਦੇ, ਪਰ ਉੱਥੇ ਦਰਬਾਰ ਸਾਹਿਬ ਦੇ ਵਿੱਚ ਤੜਕੇ ਦੀ ਸੇਵਾ ਜਾ ਕੇ ਕਿਉਂ ਨਹੀਂ ਕਰ ਸਕਦੇ? ਬਾਕੀ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਹੋਏ ਨੇ ਨਾ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਆ ਦੇ ਚਾਹੇ ਦਰਬਾਰ ਸਾਹਿਬ ਦੇ ਵਿੱਚ ਹੋਵੇ, ਉਹ ਸਾਰੇ ਥਾਂ ਤੇ ਬੀਬੀਆਂ ਪਾਠ ਕਰ ਸਕਦੀਆਂ ਬੈਠ ਕੇ, ਤੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਉਹ ਉੱਥੇ ਇੱਕ ਖਾਸ ਪਰਿਵਾਰ ਦੀ ਜਿਹੜੇ ਖਾਸ ਲੋਕਾਂ ਦੀ ਮੋਨੋਪੋਲੀ ਚਲੀ ਆਉਂਦੀ ਆ ਨਾ, ਉਹ ਬਰਦਾਸ਼ਤ ਨਹੀਂ ਕਰਦੇ ਕਿ ਵੀ ਸਾਡੀ ਡੋਮੀਨੇਸ਼ਨ ਟੁੱਟੂਗੀ, ਜਿਹਦਾ ਕਿ ਗੁਰੂ ਆਪਣਾ ਸਿੱਖ ਧਰਮ ਦੇ ਵਿੱਚ ਕੋਈ ਪਲੇਸ ਹੈ ਨਹੀਂ ਹੈ ਡੋਮੀਨੇਸ਼ਨ ਦੀ, ਇਸ ਕਿਸਮ ਦੀ ਇਦਾਂ ਦੇ ਕੰਸੈਪਟ ਦੇਖਿਆ ਜਾਵੇ। ਤੇ ਜਿਹੜੀ ਵੂਮਨ ਵਾਇਸ ਆ ਸਾਡੇ ਇੱਕ ਭੂਆ ਜੀ ਹੁੰਦੇ ਸੀਗੇ, ਟੀਚਰ ਹੁੰਦੇ ਸੀਗੇ, ਤੇ ਉਹ ਜਦੋਂ ਗੁਰਬਾਣੀ ਦਾ ਪਾਠ ਕਰਦੇ ਸੀ ਨਾ ਸਪੀਕਰ 'ਚ ਗੁਰਦੁਆਰੇ, ਤੇ ਲੋਕੀ ਸੁਣਦੇ ਸੀ, ਬਹੁਤ ਮਿੱਠੀ ਆਵਾਜ਼ ਹੈ ਬੀਬੀਆਂ ਦੀ, ਮਿੱਠੀ ਆਵਾਜ਼ ਕਰਦੇ ਉਹ ਕਈ ਬੀਬੀਆਂ ਬਹੁਤ ਵਧੀਆ ਕਰਦੀਆਂ ਨੇ। ਹਾਂਜੀ, ਉਹ ਪਤਾ ਨਹੀਂ ਕਿਉਂ ਇਹ ਚੀਜ਼ ਨੂੰ ਅਸੀਂ ਜਿਹੜਾ ਇੰਨੇ ਚਿਰ ਤੋਂ ਨੁਕਸਾਨ ਕਰ ਰਹੇ ਆਪਣਾ। ਮੇਰੇ ਕਹਿਣ ਦਾ ਮਤਲਬ ਇਹੀ ਹੈ ਨਾ ਕਿ ਜਿਹੜੀਆਂ ਗੱਲਾਂ ਚੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੱਢਿਆ ਸੀ, ਉਹ ਚਾਹੇ ਛੂਆ-ਛਾਤ ਹੈ, ਚਾਹੇ ਉਹ ਡਿਸਕ੍ਰਿਮੀਨੇਸ਼ਨ ਹੈ, ਇਸਤਰੀ ਪੁਰਸ਼ ਹੋਣ ਦੀ ਆਪਾਂ ਗੱਲ ਕਰ ਲਈਏ, ਚਾਹੇ ਉਹ ਆਪਣਾ ਮਤਲਬ ਜਾਤ ਪਾਤ ਹੈ, ਸੁਚਮ ਹੈ, ਜਿਨ੍ਹਾਂ ਗੱਲਾਂ ਦੇ ਵਿੱਚੋਂ ਗੁਰੂ ਨਾਨਕ ਨੇ ਤਾਂ ਜ਼ਿੰਦਗੀ ਜਿਹੜੀ ਬਹੁਤ ਸੌਖੀ ਕੀਤਾ ਉਹਨੂੰ। ਅਸੀਂ ਮੁੜ ਕੇ ਉਹਨਾਂ ਚੀਜ਼ਾਂ ਦੇ ਵਿੱਚ ਹੀ ਅਸੀਂ ਜਾ ਰਹੇ ਹਾਂ। ਉਹ ਸੰਸਥਾ ਦਾ ਹੋਣ ਦਾ ਧਰਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਿਧਾਂਤ ਨੂੰ ਛੱਡ ਦਿਓ। ਅਸੀਂ ਆਪਣੇ ਸਿਧਾਂਤ ਦੇ ਉਲਟ ਆਪ ਹੀ ਗੱਲਾਂ ਕਰੀ ਜਾਂਦੇ ਹਾਂ, ਤੇ ਬਾਹਰਲਿਆਂ ਨੇ ਤਾਂ ਫਿਰ ਸਾਨੂੰ ਕਹਿਣਾ ਹੀ ਕਹਿਣਾ ਹੈ। ਬਿਲਕੁਲ ਜੀ, ਅਸੀਂ ਫਿਰ ਬਾਰ-ਬਾਰ ਉਸੇ ਗੱਲ ਤੇ ਤੁਸੀਂ ਜਿੱਦਾਂ ਕਹਿੰਦੇ ਹੋ ਹਰ ਵਾਰੀ ਕਿ ਜੇ ਸਿੱਖ ਧਰਮ ਨੂੰ ਸਮਝਣਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਕਿਸੇ ਵੀ ਸੈਕੰਡਰੀ ਸੋਰਸ ਨੂੰ ਪੜ੍ਹ ਕੇ ਸਿੱਖ ਧਰਮ ਬਾਰੇ ਨਹੀਂ ਜਾਣਿਆ ਜਾ ਸਕਦਾ। ਹਾਂਜੀ, ਬਾਣੀ ਸਾਡੇ ਕੋਲ ਜਿਹੜਾ ਹੈਗਾ ਉਹ
ਕ੍ਰਾਈਟੇਰੀਆ, ਬੇਸਿਕ ਕ੍ਰਾਈਟੇਰੀਆ ਵੀ ਸਾਡੇ ਸਿਧਾਂਤ ਅੱਛਾ, ਬਾਣੀ ਦੀ ਵਿਆਖਿਆ ਦੇ ਉੱਤੇ ਵੀ ਬੜੇ ਸਵਾਲ ਆ ਜਾਂਦੇ ਆ। ਵਿਆਖਿਆ ਵੱਖ-ਵੱਖ ਲੋਕਾਂ ਕੀਤੀ। ਵੈਸੇ ਸਾਹਿਬ ਸਿੰਘ ਦੇ ਟੀਕੇ ਤੋਂ ਬਾਅਦ ਲੋਕਾਂ ਨੇ ਕਹਿਤਾ ਕਿ ਫਾਈਨਲ ਹੈ, ਪਰ ਅੱਜ ਹਾਂ ਸਾਹਿਬ ਸਿੰਘ ਤੋਂ ਉੱਪਰ ਕੋਈ ਨਹੀਂ। ਬਹੁਤ ਲੋਕ ਕਿੰਤੂ ਪ੍ਰੰਤੂ ਵੀ ਕਰਦੇ ਨੇ ਸਾਹਿਬ ਸਿੰਘ ਦੀ, ਪ੍ਰੋਫੈਸਰ ਸਾਹਿਬ ਸਿੰਘ ਦੀ ਇੰਟਰਪ੍ਰੀਟੇਸ਼ਨ ਦੇ ਉੱਤੇ, ਪਰ ਉਹਦੇ ਉੱਤੇ ਹਾਲੇ ਤੱਕ ਕੋਈ ਟੀਕਾ ਆਇਆ ਨਹੀਂ। ਇਹ ਟੀਕੇ ਡਾਕਟਰ ਸਾਹਿਬ, ਇਹਨਾਂ ਦੇ ਉੱਤੇ ਇੱਕ ਪ੍ਰੋਗਰਾਮ ਪੂਰਾ ਟੀਕਿਆਂ ਤੇ ਕਰਾਂਗੇ ਆਪਾਂ। ਠੀਕ ਹੈ। ਤੇ ਇੱਕ ਮੇਰੇ ਦਿਮਾਗ ਤੋਂ ਤੁਹਾਡੀ ਗੱਲ ਚੋਂ ਆਇਆ ਸੀ, ਸਮਾਂ ਆਪਣਾ ਸਮਾਪਤ ਹੋ ਗਿਆ, ਵੈਸੇ ਥੋੜਾ 2-4 ਮਿੰਟ ਰਹਿ ਗਏ ਆ। ਉਹ ਸਿੱਖ ਧਰਮ ਦੇ ਵਿੱਚ ਅਰਦਾਸ ਦਾ ਜਿਹੜਾ ਕਨਸੈਪਟ ਹੈ, ਮੈਂ ਉਹਦੇ ਤੇ ਤੁਹਾਡੇ ਕੋਲ ਪੂਰਾ ਜਾਣਨਾ ਚਾਹੂੰਗਾ ਕਿਸੇ ਦਿਨ। ਜੇ ਜਦੋਂ ਅਸੀਂ ਕਹਿ ਦਿੰਦੇ ਆ ਕਿ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਲੋਚ ਅਸੀਂ ਗੱਲ ਕਰਨੀ ਆ, ਹਾਂਜੀ ਹਾਂਜੀ, ਤੇ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਪੜ੍ਹਦਿਆਂ ਸੁਣਦਿਆਂ ਆਪਾਂ ਸੁਣਦੇ ਆ ਕਿ ਉਹਦੇ ਅੱਗੇ ਅਰਦਾਸ ਕਾਹਦੀ ਕੀਤੀ ਜਾ ਸਕਦੀ, ਉਹ ਸਭ ਕੁਝ ਜਾਣਦਾ। ਹਾਂਜੀ ਹਾਂਜੀ, ਕੀ ਹੈ, ਬਿਲਕੁਲ ਬਿਲਕੁਲ, ਬਿਨ ਮੰਗੇ ਸਭ ਜਾਣਦਾ। ਹਾਂਜੀ ਹਾਂਜੀ ਹਾਂਜੀ, ਕਿ ਅੱਗੇ ਕੀਜੇ ਅਰਦਾਸ, ਇਦਾਂ ਦਾ ਸ਼ਬਦ ਆਉਂਦਾ ਆ। ਤੇ ਅਰਦਾਸ ਦਾ ਕਨਸੈਪਟ ਸਾਡੇ ਬੜਾ ਮਹੱਤਵ ਆ। ਅਸੀਂ ਕਹਿੰਦੇ ਆ ਕਿ ਅਰਦਾਸ ਜਿਹੜੀ ਆ ਉਹ ਜ਼ਰੂਰ ਲੱਗਦੀ ਆ ਤੇ ਉਹ ਕਰਨੀ ਚਾਹੀਦੀ ਆ ਸਵੇਰੇ ਸ਼ਾਮ। ਗੁਰਬਾਣੀ ਜੀ ਵੀ ਕਹਿੰਦਾ ਬਿਰਥੀ ਨੂੰ ਜਾਏ ਜਾਨਕੀ ਅਰਦਾਸ। ਪਰ ਇਹ ਦੋ ਜਿਹੜੀ ਕੰਟਰਾਡਿਕਸ਼ਨ ਨੇ, ਇਹਦੇ ਤੇ ਮਤਲਬ ਕੋਈ ਨਹੀਂ, ਆਪਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ ਕਿਉਂਕਿ ਇਹ ਤੁਹਾਡੀ ਗੱਲ ਚੋਂ ਹੀ ਨਿਕਲੀ ਸੀਗੀ। ਤੇ ਅਰਦਾਸ ਤੇ ਸੁਖਣਾ ਦਾ ਤੁਸੀਂ ਜ਼ਿਕਰ ਕੀਤਾ ਸੀ। ਸੁਖਣਾ ਵੀ ਅਸੀਂ ਸਾਡੇ ਘਰ ਮੁੰਡਾ ਜੰਮੇ ਤੇ ਪਾਠ ਧਰਾਵਾਂਗੇ, ਜਦੋਂ ਗੁਰੂ ਦੀ ਨਜ਼ਰ ਦੇ ਵਿੱਚ ਤਾਂ ਚਾਹੇ ਲੜਕੀ ਹੈ, ਚਾਹੇ ਲੜਕਾ, ਚਾਹੇ ਧੀ ਹੈ, ਚਾਹੇ ਪੁੱਤਰ ਹੈ, ਇੱਕੋ ਬਰਾਬਰ ਨੇ। ਫਿਰ ਮਤਲਬ ਇਹ ਕਿਉਂ ਇਸ ਤਰ੍ਹਾਂ ਸੁਖਣਾ ਸੁਖੀ ਜਾਊਗੀ? ਸੁਖਣਾ ਵੀ ਨਹੀਂ, ਮੈਨੂੰ ਲੱਗਦਾ ਚੈਲੰਜ ਹੈ ਜਾ ਕੇ ਕਹਿ ਦੇਣਾ ਗੁਰੂ ਨੂੰ ਗੱਲ ਪੂਰੀ ਕਰਨੀ। ਪੈਸੇ ਦੇ ਕੇ ਉੱਥੇ ਦਰਬਾਰ ਸਾਹਿਬ ਪਾਠ ਕਰਾਉਣੇ ਇੱਥੇ ਬੈਠੇ, ਉਹ ਵੀ ਤਾਂ ਫਿਰ ਉਹ ਅਕੋਰਡਿੰਗ ਟੂ ਮਤਲਬ ਸਿੱਖ ਸਿਧਾਂਤ ਹੈ ਉਹ। ਪਰ ਜਿਹੜੀ ਆਹ ਅਰਦਾਸ ਆ ਜਾਂ ਜਿਹੜੀ ਸੁਖਣਾ ਆ ਵੀ ਇੱਕ ਅਸੀਂ ਜਾ ਕੇ ਉੱਥੇ ਕਹਿ ਦਿੰਦੇ ਆ ਕਿ ਸਾਨੂੰ ਆਹ ਚੀਜ਼ ਚਾਹੀਦੀ ਆ ਤੇ ਅਸੀਂ ਜੇ ਬਾਬਾ ਪੂਰੀ ਕਰੇਗਾ ਤੇ ਅਸੀਂ ਖੰਡ ਪਾਠ ਕਰਾਵਾਂਗੇ ਤੇਰਾ, ਜਾਂ ਅਸੀਂ ਜੱਗ ਲਾਵਾਂਗੇ, ਜਾਂ ਅਸੀਂ ਆਹ ਕਰਾਂਗੇ, ਜਾਂ ਅਸੀਂ ਚਦੋਆ ਚੜਾਵਾਂਗੇ, ਜਾਂ ਅਸੀਂ ਕੁਝ ਵੀ ਹੋਰ ਸੇਵਾ ਗੁਰਦੁਆਰੇ ਦੀ ਉਹ ਕਰਾਂਗੇ। ਜੇ ਨਹੀਂ ਕਹੇਗਾ ਤਾਂ ਫਿਰ ਨਹੀਂ ਕਰਾਂਗੇ। ਇਹ ਗਲਤ ਹੈ, ਇਹ ਗਲਤ ਹੈ। ਗੁਰੂ ਨੂੰ ਤਾਂ ਅਸੀਂ ਭੇਟਾ ਦਿੰਦੇ ਹਾਂ, ਉਹ ਵੀ ਆਪਣੀ ਸ਼ਰਧਾ ਮੁਤਾਬਕ। ਉਹ ਇੱਕ ਫੁੱਲ ਵੀ ਹੋ ਸਕਦਾ, ਉਹ ਕੁਝ ਵੀ ਹੋ ਸਕਦਾ, ਉਹ ਤੁਹਾਡਾ ਸਿੰਪਲੀ ਮੱਥਾ ਟੇਕਣਾ ਵੀ ਹੋ ਸਕਦਾ ਹੈ ਨਾ, ਵੀ ਆਪਣਾ ਆਪ ਤੁਸੀਂ ਸਮਰਪਣ ਕਰਤਾ ਜਦੋਂ ਤੁਸੀਂ ਗੁਰੂ ਅੱਗੇ ਸਿਰ ਝੁਕਾਇਆ। ਸੋ ਇਹ ਵੀ ਆ ਕਰਾਂਗੇ, ਤੂੰ ਆ ਦੇ ਦੇਣੀ, ਇਹ ਗੱਲਾਂ ਨਾਲ ਮਤਲਬ ਮੈਂ ਤਾਂ ਬਹੁਤੀ ਸਹਿਮਤ ਹੈ ਨਹੀਂ ਆ। ਕੋਈ ਹੋਰ ਹੋਵੇ ਤਾਂ ਮੈਂ ਕਹਿ ਨਹੀਂ ਸਕਦੀ ਹੈਗੀ, ਕਿਉਂਕਿ ਮੈਨੂੰ ਨਹੀਂ ਜਾਪਦਾ। ਆਪਣੇ ਨਾਲ ਨਿੱਜੀ ਸਹਿਮਤ ਹੋਣ ਦਾ ਨਾ ਉਹਨਾਂ ਫਰਕ ਨਹੀਂ ਪੈਂਦਾ। ਗੱਲ ਤੇ ਸਾਡੀ ਸਿੱਖੀ ਦੀ ਫਿਲਾਸਫੀ ਆਪਾਂ ਗੱਲ ਕਰਾਂਗੇ, ਇਹਦੇ ਤੇ ਜ਼ਰੂਰ ਗੱਲ ਕਰਾਂਗੇ। ਬਹੁਤ ਸਾਰੇ ਵਿਸ਼ੇ ਐਸੇ ਆ ਜਿਹੜੇ ਬੜੇ ਟੁੰਬੇ ਵੀ ਆਹ ਗੱਲ ਕਿਉਂ ਨਹੀਂ ਸੀ ਕਰ ਰਹੇ, ਆਹ ਕਿਉਂ ਨਹੀਂ ਕਰ ਰਹੇ। ਮੈਂ ਜਦੋਂ ਸਕੂਲ 'ਚ ਪੜ੍ਹਦੀ ਸੀ ਉਦੋਂ ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਨੇ ਨਾ ਉਹ ਆਰਸੀ ਕਿਤਾਬ ਲਿਖੀ ਹੋਈ ਸੀ, ਉਹ ਇੰਨੀ ਉਹਨਾਂ ਦੀ ਬਾਇਓਗ੍ਰਾਫੀ ਵਾਂਗੂ ਹੈ ਜਾਂ ਕੁਛ ਕਾਫੀ ਗੱਲਾਂ ਉਹਦੇ ਵਿੱਚ ਵੀ ਉਹ ਕਹਿੰਦੇ ਵੀ ਇਹ ਜਿਹੜਾ ਅਰਦਾਸ ਕਰਦੇ ਵੇ ਇੰਨੇ ਭਾਂਡੇ ਦਿੱਤੇ, ਇੰਨੇ ਬਿਸਤਰੇ, ਵੀ ਇਹ ਸਾਰੀਆਂ ਮਤਲਬ ਫਜ਼ੂਲ ਗੱਲਾਂ ਨੇ। ਇਸ ਬ੍ਰਾਹਮਣਵਾਦ ਦਾ ਪਛਾਣਾ ਜਿਹੜਾ ਤੁਹਾਡੇ ਪਿਤਾ ਉਹ ਅਸੀਂ ਜਿੱਥੋਂ ਉਹ ਫਿਰ ਮੇਰਾ ਉਹੀ ਕਹਿਣਾ ਵੀ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੱਢਿਆ ਸੀ, ਅਸੀਂ ਮੁੜ ਕੇ ਉਸੇ ਕਰਮਕਾਂਡ ਦੇ ਵਿੱਚ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਜਾ ਰਹੇ ਹਾਂ, ਦੁਬਾਰਾ ਜਾ ਰਹੇ ਹਾਂ ਜੀ। ਸੋ ਡਾਕਟਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਸੰਦੇਸ਼ ਇਹੀ ਹੈ ਜੀ ਅੱਜ ਦੀ ਗੱਲਬਾਤ ਦਾ ਕਿ ਸਿੱਖ ਧਰਮ ਨੂੰ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੀ ਫਿਲਾਸਫੀ ਹੈ ਗੁਰੂ ਸਾਹਿਬ ਨੇ ਦਿੱਤੀ ਹੈ, ਜਾਂ ਗੁਰੂ ਸਾਹਿਬ ਦਾ ਮੂਲ ਸਿਧਾਂਤ ਹੈ, ਜਿਹਦਾ ਕਰਕੇ ਇਹ ਇੰਨਾ ਵੱਡੀ ਇੱਕ ਅੰਦੋਲਨ ਚੱਲਿਆ, ਉਹਨੂੰ 2.5 ਸਦੀਆਂ ਲੱਗੀਆਂ ਤੇ ਫਿਰ ਆ ਕੇ ਖਾਲਸੇ ਦੇ ਰੂਪ ਦੇ ਵਿੱਚ ਸਿੱਖ ਧਰਮ ਜਿਹੜਾ ਉਹ ਬਣਿਆ। ਉਹਨੂੰ ਸਮਝਣ ਲਈ ਜਿਵੇਂ ਡਾਕਟਰ ਸਾਹਿਬਾ ਸਾਨੂੰ ਹਰ ਵਾਰੀ ਇਹ ਦੱਸ ਕੇ ਜਾਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜੋ ਕੁਝ ਮਿਲਦਾ ਉੱਤੇ ਤੁਸੀਂ ਭਰੋਸਾ ਨਹੀਂ ਕਰ ਸਕਦੇ। ਭਰੋਸੇ ਦੇ ਕਾਬਿਲ ਜੇ ਕੋਈ ਚੀਜ਼ ਹੈ ਤਾਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਉਹਦੇ ਤੋਂ ਸੇਧ ਲੈ ਕੇ ਇੱਕ ਸਿੱਖ ਨੂੰ ਆਪਣਾ ਜੀਵਨ ਜਿਹੜਾ ਉਹ ਜਿਉਣ ਦੀ ਜਾਂਚ ਸਿੱਖਣੀ ਚਾਹੀਦੀ ਹੈ, ਨਹੀਂ ਤੇ ਉਹ ਵੀ ਭਟਕਣਾ ਜਾਰੀ ਰਹੇਗੀ। ਜਿਹੜੀ ਭਟਕਣਾ ਦੂਜੇ ਧਰਮਾਂ 'ਚ ਦੂਜੀਆਂ ਜਿਹੜੀਆਂ ਪਰੰਪਰਾਵਾਂ ਨੇ ਕਿ ਪੱਥਰ ਨੂੰ ਕਦੀ ਦੇਵਤਾ ਮੰਨ ਲਓ ਤੇ ਕਦੀ ਕਿਸੇ ਮੂਰਤੀ ਨੂੰ ਮੰਨ ਲਓ ਤੇ ਕਦੀ ਕਿਤੇ ਤੀਰਥਕਾਰ ਆਓ, ਸਿੱਖ ਧਰਮ 'ਚ ਇਹਨਾਂ ਚੀਜ਼ਾਂ ਲਈ ਕੋਈ ਥਾਂ ਨਹੀਂ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੀਰਥਾਂ ਤੇ ਵੀ ਆਪਾਂ ਗੱਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪੀਲਾ